ਨਟ ਨਾਰਾਇਣ ਮਹੱਲਾ ਚੌਥਾ। ਨਟ ਨਾਰਾਇਣ ਰਾਗ ਵਿੱਚ ਚੌਥੇ ਸਰੂਪ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਪੜਤਾਲ ਜਿਸ ਵਿੱਚ ਪਾਟਵੇਂ ਤਾਲ ਪੈਣ, ਜਾਂ ਪੜਤਾਲ ਇੱਕ ਛੰਦ ਦੀ ਚਾਲ ਹੈ, ਜਾਂ ਜਿਸ ਵਿੱਚ ਤਾਲ ਤੇ ਤਾਲ ਪੈਣ, ਪੜੀ ਜਾਣ ਤਾਲ ਤੇ ਤਾਲ, ਜਾਂ ਜਿਸ ਵਿੱਚ ਪਰਮੇਸ਼ਰ ਦੀ ਪੜਤਾਲ ਖੋਜ ਹੋਵੇ, ਐਸਾ ਇਹ ਪੜਤਾਲ ਛੰਦ। ਇਹਦੇ ਵਿੱਚ ਗੁਰੂ ਸਾਹਿਬ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਇੱਕ ਓੰਕਾਰ। ਪਹਿਲਾਂ ਬੀਜ ਮੰਤਰ ਉਚਾਰਨ ਕਰਦੇ ਨੇ। ਇੱਕ ਅਦੁੱਤੀ ਬ੍ਰਹਮ ਪਰਮੇਸ਼ਰ ਓੰਕਾਰ ਜੋ ਸਰਬਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਮੇਰੇ ਮਨ ਸੋ ਹੇ ਮੇਰੇ ਪਿਆਰੇ ਮਨ, ਸੇਵ ਸਫਲ ਹਰ ਕਾਲ। ਹਰੀ ਪਰਮੇਸ਼ਰ ਦਾ ਸਿਮਰਨ ਕਰ, ਇਹ ਤੇਰੀ ਕਾਲ ਕਮਾਈ ਸਫਲ ਹੋਵੇਗੀ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਔਰ ਫਿਰ ਤੈਨੂੰ ਗਿਆਨ ਤੇ ਮੁਕਤੀ ਦਾ ਫਲ ਵੀ ਪ੍ਰਾਪਤ ਹੋਵੇਗਾ। ਲੈ ਗੁਰ ਪਗਰੇ ਨਰਵਾਲ। ਗੁਰੂ ਮਹਾਰਾਜ ਸਾਹਿਬ ਜੀ ਦੇ ਪੱਗ ਚਰਨਾਂ ਦੀ ਧੂੜ ਲੈ ਕੇ ਗੁਰੂ ਚਰਨਾਂ ਦੀ ਰਵਾਲ ਕਿਨਕਾ ਮਾਤਰ ਧੂੜ ਬਣ ਜਾਣਾ ਕਰ। ਜਾਂ ਇਸੇ ਪ੍ਰਕਾਰ ਲੈ ਗੁਰ ਪਗਰੇ ਨਰਵਾਲ। ਰਵਾਲ ਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਧੂੜ ਲੈ ਕੇ, ਰਵਾਲ ਨਾਮ ਹੈ ਕਿਣਕੇ ਦਾ। ਕਿਨਕਾ ਏਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਕਿਨਕੇ ਦੀ ਨਿਆਈ ਤੂੰ ਨਿਹਾਲ ਹੋ ਜਾਣਾ ਕਰ। ਇਸੇ ਪ੍ਰਕਾਰ ਲੈ ਗੁਰ ਪਗਰੇ ਨਰਵਾਲ। ਧੂੜ ਦੇ ਕਿਣਕੇ ਦੀ ਤਰ੍ਹਾਂ ਛੋਟਾ ਪੁਣਾ ਜੀ ਪੁਣਾ ਮਿਟਾਉਣਾ ਕਰ। ਇਸੇ ਪ੍ਰਕਾਰ ਲੈ ਗੁਰ ਪਗਰੇ ਨਰਵਾਲ। ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਰਵਾਲ ਧੂੜ ਕਰਨ ਵਾਲੀ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਦੀ ਧੂੜੀ ਲੈਣਾ ਕਰ। ਸਭ ਦਾਲਦ ਪੰਜ ਦੁਖ ਦਾਲ। ਹਰੀ ਸੇਮਨ ਜਾਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜੀ ਸਾਰੇ ਅਵਧੀ ਆਦਿਕ ਦੇ ਦਲਿੱਦਰ ਭੰਨਣ ਵਾਲੀ ਹੈ, ਅਤੇ ਜੰਮਣ ਮਰਨ ਦੇ ਦੁੱਖ ਨੂੰ ਦਲ ਦੇਣ ਵਾਲੀ, ਨਾਸ਼ ਕਰ ਦੇਣ ਵਾਲੀ ਹੈ। ਸੋ ਇਸ ਵਾਸਤੇ ਮਹਾਰਾਜ ਦੇ ਚਰਨਾਂ ਦੀ ਧੂੜੀ ਤੋਂ ਪ੍ਰਾਪਤ ਕਰ। ਜੇ ਹੋਰ ਕੁਝ ਨਹੀਂ ਹੁੰਦਾ ਤਾਂ ਚਰਨ ਧੂੜੀ ਤਾਂ ਆਪਾਂ ਲੈ ਸਕਦੇ ਹਾਂ। ਹਰ ਹੋ ਨਦਰ ਨਿਹਾਲ। ਹੋ ਹੇ ਮਨਾ, ਜਦੋਂ ਹਰੀ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇਗੀ ਤਦੋਂ ਤੋਂ ਨਿਹਾਲ ਹੋ ਜਾਵੇਗਾ, ਜਾਂ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਵੇਗਾ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਹਰ ਕਾ ਗ੍ਰਹਿ ਹਰਿ ਆਪ ਸਵਾਰਿਓ। ਸੋ ਜੋ ਹਰੀ ਅਕਾਲ ਪੁਰਖ ਪ੍ਰਭੂ ਪਰਮਾਤਮਾ ਦਾ ਸਾਧ ਸੰਗਤ ਜੀਓ ਸੰਸਾਰ ਰੂਪੀ ਘਰ ਹੈ, ਜਾਂ ਸਾਧ ਸੰਗਤ ਰੂਪੀ ਘਰ ਹੈ। ਇਹ ਜਿਸ ਨੂੰ ਹਰੀ ਪਰਮੇਸ਼ਰ ਨੇ ਖੁਦ ਆਪ ਸੰਭਾਲਣਾ ਕੀਤਾ ਹੈ। ਹਰ ਰੰਗ ਰੰਗ ਮਹਿਲ ਬੇਅੰਤ। ਸੋ ਜੇ ਸਾਧ ਸੰਗਤ ਰੂਪੀ ਘਰ ਦੇ ਵਿੱਚ ਹਰੀ ਪਰਮੇਸ਼ਰ ਪ੍ਰਾਪਤੀ ਕਰਾਉਣ ਵਾਲਾ ਰੰਗ ਪ੍ਰੇਮ ਹੈ। ਪਰਮੇਸ਼ਰ ਦਾ ਰੰਗ ਆਨੰਦ ਹੈ। ਰੰਗ ਦਾ ਅਰਥ ਪ੍ਰੇਮ, ਰੰਗ ਦਾ ਅਰਥ ਆਨੰਦ ਹੈ। ਅਤੇ
ਮਹਿਲ ਉਸ ਦਾ ਅੰਤःਕਰਨ ਰੂਪੀ ਮਹਲ ਦੇ ਵਿੱਚ ਟਿਕਾਣਾ ਹੈ। ਹਰੀ ਪਰਮੇਸ਼ਰ ਦਾ ਜਿਹੜਾ ਘਰ ਹੈ ਉਹ ਸਾਰਾ ਸੰਸਾਰ ਹੀ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰਬ ਮਾਹੀ। ਅਤੇ ਸਾਧ ਸੰਗਤ ਸੱਚਖੰਡ ਹੈ। ਸੱਚਖੰਡ ਵਸੈ ਨਿਰੰਕਾਰ। ਸੱਚਖੰਡ ਜਿਹਦੇ ਵਿੱਚ ਨਿਰੰਕਾਰ ਵਸਦਾ ਹੈ ਉਹ ਸੱਚਖੰਡ ਸਾਧ ਸੰਗਤ ਹੀ ਹੈ। ਇਹ ਸੰਸਾਰ ਰੂਪੀ ਜਾਂ ਸਾਧ ਸੰਗਤ ਰੂਪੀ ਘਰ ਦੇ ਵਿੱਚ ਪਰਮੇਸ਼ਰ ਨੇ ਆਪ ਹੀ ਕੀਰਤਨ ਸ਼ੁਰੂ ਕਰਾਇਆ ਹੈ। ਪ੍ਰਭੂ ਦੀ ਸਿਫਤ ਸਲਾਹ, ਗੁਰਬਾਣੀ ਦਾ ਪਾਠ ਸ਼ੁਰੂ ਕਰਾਇਆ। ਇੱਥੇ ਹੋਰ ਕੋਈ ਦੂਸਰੀ ਗੱਲ ਨਾ ਹੋਵੇ, ਕਥਾ ਸ਼ੁਰੂ ਕਰਾਈ। ਵਾਹਿਗੁਰੂ ਜੀ ਦੇ ਗੁਣ ਗਾਏ ਜਾਣ। ਇਹ ਸੰਗਤ ਨੂੰ ਗੁਟਕੇ ਸਾਹਿਬ ਗੁਰਬਾਣੀ ਪੜ੍ਹਨ ਵੱਲ ਲਾ ਦਿੱਤਾ। ਇਉਂ ਕਥਾ ਕੀਰਤਨ ਜਿਲਾ ਕੇ ਤੇ ਪਰਮੇਸ਼ਰ ਪ੍ਰਾਪਤੀ ਕਰਾਉਣ ਵਾਲਾ ਆਪ ਹੀ ਪ੍ਰੇਮ ਲਾਇਆ ਹੈ। ਸੰਤ ਸਹਾਈ ਪ੍ਰੇਮ ਕੇ ਹੋਂ ਤੈਨ ਕਹਿ ਲਾਗਾ ਭਾਏ। ਸੋ ਮਹਾਰਾਜ ਨੇ ਇਹ ਘਰ ਆਪ ਸੰਵਾਰਨਾ ਕੀਤਾ ਸ਼ੁਭ ਗੁਣਾਂ ਦੇ ਨਾਲ। ਸਤ ਸੰਤੋਖ ਆਦਿਕ ਸ਼ੁਭ ਗੁਣ ਸੰਗਤ ਵਿੱਚ ਵਸਦੇ ਨੇ। ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦੀ ਮਿਲਾਏ। ਉਹਨਾਂ ਦੇ ਵਿੱਚ ਸਾਨੂੰ ਵੀ ਮਿਲਾ ਦਿੱਤਾ। ਫਿਰ ਜਿਹਨਾਂ ਨਾਲ ਮਿਲ ਕੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਰਮੇਸ਼ਰ ਦਾ ਆਨੰਦ ਹੀ ਆਨੰਦ। ਤੇ ਮਹਿਲ ਉਸੇ ਦਾ ਹੀ ਅੰਤःਕਰਨ ਵੀ ਮਹਲ ਵਿੱਚ ਟਿਕਾਣਾ ਹੈ। ਜਿਨੇ ਬੇਅੰਤ ਅੰਤ ਤੋਂ ਰਹਿਤ ਲਾਲ ਪਿਆਰਾ ਪਰਮੇਸ਼ਰ ਜਿਹੜਾ ਹੈ, ਜਿਹਦਾ ਲਾਲ ਪ੍ਰੇਮ ਹਰੇਕ ਨੂੰ ਲਾਲ ਪ੍ਰੇਮ ਰੂਪ ਰੰਗ ਚਾੜ ਕੇ ਪ੍ਰੇਮੀ ਬਣਾ ਦੇਣ ਵਾਲਾ, ਮਨ ਬਾਣੀ ਸਰੀਰ ਕਰਕੇ ਲਾਲੀ ਚਾੜਨ ਵਾਲਾ, ਜੋ ਪਰਮੇਸ਼ਰ ਪਿੱਛੇ ਵੀ ਲਾਲ ਦੀ ਨਿਆਈ ਬੇਕੀਮਤ ਪਿਆਰਾ ਸੀ, ਹੁਣ ਵੀ ਲਾਲ ਪਿਆਰਾ, ਅੱਗੇ ਨੂੰ ਵੀ ਹਰੀ ਪਰਮੇਸ਼ਰ ਲਾਲ ਪਿਆਰਾ ਹੋਵੇਗਾ। ਉਹਦਾ ਮਨ ਬਾਣੀ ਸਰੀਰ ਕਰਕੇ ਜਾਗਰ ਸੁਪਨ ਸੁਖੋਪਤ ਬਾਲ ਜਵਾਨੀ ਬਿਰਧ ਅਵਸਥਾ ਦੇ ਵਿੱਚ ਮਾਰੇ ਕਹਿੰਦੇ ਨੇ ਜਾਪ ਕਰਨਾ ਕਰੋ ਭਾਈ। ਲਾਲ ਲਾਲ ਹਰ ਲਾਲ, ਜਿਹੜਾ ਪ੍ਰੇਮ ਰੂਪ ਹੈ, ਆਨੰਦ ਰੂਪ ਹੈ ਅਤੇ ਲਾਲ ਦੀ ਤਰ੍ਹਾਂ ਬੇਕੀਮਤ ਹੈ। ਹਰ ਆਪਣੀ ਕਿਰਪਾ ਕਰੀ, ਜਿਨ੍ਹਾਂ ਉੱਤੇ ਪਰਮੇਸ਼ਰ ਨੇ ਆਪ ਦੀ ਕਿਰਪਾ ਦਇਆ ਦ੍ਰਿਸ਼ਟੀ ਕਰੀ ਕੀਤੀ ਹੈ। ਆਪ ਗ੍ਰਹਿ ਆਇਓ, ਉਹਨਾਂ ਦੇ ਹਿਰਦੇ ਰੂਪ ਘਰ ਵਿੱਚ ਪਰਮੇਸ਼ਰ ਖੁਦ ਹੀ ਆਪ ਆਇਆ ਹੈ। ਹਮ ਹਰ ਕੀ ਗੁਰ ਕੀ ਹੈ ਬਸੀਠੀ, ਸਾਡੀ ਪਰਮੇਸ਼ਰ ਦੇ ਨਾਲ ਮਿਲਣ ਦੀ ਗੁਰੂ ਸਾਹਿਬ ਨੇ ਬਸੀਠੀ ਵਿਚੋਲਗੀ ਕੀਤੀ ਹੈ। ਬਸੀਠ ਨਾਮ ਹੈ ਵਿਚੋਲੇ ਦਾ, ਬਸੀਠੀ ਵਿਚੋਲਗੀ ਕੀਤੀ ਹੈ। ਮਹਲਾ ਪੰਜਵਾ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਈਂਦਾ ਕਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਨ ਧੁਰੇ ਪਿਆ ਸੰਜੋਗ। ਆਪ ਮਹਾਰਾਜ ਨੇ ਵਿਚੋਲਾ ਬਣ ਕੇ ਗੁਰ ਵਿੱਚ ਦੀ ਆਪ ਤੇ ਆਈ ਸਾਨੂੰ ਵਾਹਿਗੁਰੂ ਨਾਲ ਮਿਲਾਉਣ ਦੀ ਵਿਚੋਲਗੀ ਕੀਤੀ ਹੈ। ਹਮ ਹਰ ਦੇਖੇ, ਅਸੀਂ ਹਰੀ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਵੇਖ ਕੇ ਸਾਡੀ ਜਿਹੜੀ ਬਿਰਤੀ ਸੀਗੀ ਭਈ ਨਿਹਾਲ, ਨਿਹਾਲ ਹੋ ਰਹੀ ਹੈ। ਨਿਹਾਲ ਇੱਕ ਕੋਮਣ ਜਿਹਾ ਵਰਡ ਹੈ ਜਿਸ ਦਾ ਮੋਟਾ ਜਿਹਾ ਅਰਥ ਲਿਆ ਜਾਂਦਾ ਕਿ ਬਾਗੋ ਬਾਗ ਖੁਸ਼ ਹੋ ਜਾਣਾ, ਪ੍ਰਸੰਨ ਹੋ ਜਾਣਾ। ਨਿਹਾਲ ਆਪਣੇ ਆਪ ਦੇ ਵਿੱਚ ਹੀ ਅਰਥਾਂ ਰੂਪੀ ਸ਼ਬਦ ਹੈ। ਨਿਹਾਲ ਹੋ ਗਏ। ਜੇ ਅਖਰੀ ਅਰਥ ਕਰੀਏ ਤਾਂ ਮੇਰੀ ਬਿਰਤੀ
ਨਿਹਾਲ ਸਰੂਪ ਪਰਮੇਸ਼ਰ ਦੀ ਦਰਸ਼ਨ ਵੇਖ ਕੇ ਨਿਹਾਲ ਨਿਹਾਲ ਨਿਹਾਲ। ਹਾਲ ਨਾਮ ਹੈ ਦੁੱਖਾਂ ਦਾ, ਨੀ ਨਾਮ ਹੈ ਰਹਿਤ ਦਾ। ਮਨ ਕਰਕੇ ਦੁੱਖਾਂ ਤੋਂ ਰਹਿਤ ਹੋ ਗਏ, ਤਨ ਕਰਕੇ ਦੁੱਖਾਂ ਤੋਂ ਰਹਿਤ ਹੋ ਗਏ, ਅਤੇ ਬਾਣੀ ਕਰਕੇ ਦੁੱਖਾਂ ਤੋਂ ਰਹਿਤ ਸਾਡੀ ਬਿਰਤੀ ਹੋ ਗਈ ਹੈ। ਹਰ ਆਵਤੇ ਕੀ ਖਬਰ ਗੁਰ ਪਾਈ। ਜਿਸ ਵੇਲੇ ਮਨੁੱਖਾ ਜਨਮ ਦੇ ਵਿੱਚ ਹਰੀ ਪਰਮੇਸ਼ਰ ਦੇ ਆਉਣ ਪ੍ਰਾਪਤੀ ਦੀ ਖਬਰ ਗੁਰਾਂ ਨੇ ਪਾ ਦਿੱਤੀ। ਮਨ ਤਨ ਆਨੰਦੋ ਆਨੰਦ ਪਾਈ। ਉਸ ਵੇਲੇ ਅਸੀਂ ਮਨ ਤੇ ਤਨ ਦੇ ਅੰਦਰ ਆਨੰਦ ਸਰੂਪ ਦੀ ਪ੍ਰਾਪਤੀ ਦੇ ਬਚਨ ਸੁਣ ਕੇ ਆਨੰਦ ਦੇ ਸਹਿਤ ਹੋ ਗਏ। ਹਰ ਆਵਤੇ ਸੁਨੇ ਮੇਰੇ ਲਾਲ ਹਰ ਲਾਲ। ਹਰ ਮੇਰੇ ਲਾਲਵਤ ਬੇਕੀਮਤੀ ਪਿਆਰੇ ਹਰੀ ਪਰਮੇਸ਼ਰ ਦਾ ਗੁਰਾਂ ਦੁਆਰਾ ਆਉਣਾ ਸੁਣਿਆ ਹੈ। ਜਨ ਨਾਨਕ ਹਰ ਹਰ ਮਿਲੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਦਾਸ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਪਰਮੇਸ਼ਰ ਦੇ ਨਾਲ ਅਭੇਦ ਹੋ ਗਏ ਹਾਂ, ਜਾਂ ਹਰੀ ਦੇ ਤਤ ਪਦ ਅਤੇ ਤਵੰਗ ਪਦ ਅਲੱਖ ਅਰਥ ਨਾਲ ਮਿਲ ਕੇ ਹਰੀ ਵਿੱਚ ਅਭੇਦ ਹੋ ਗਏ ਹਾਂ। ਭਏ ਗਲਤਾਨ ਹਾਲ ਨਿਹਾਲ ਨਿਹਾਲ। ਉਸ ਪਰਮੇਸ਼ਰ ਦੇ ਸਿਮਰਨ ਵਿੱਚ ਲਾ ਕੇ ਦੁਨੀਆ ਦੀ ਹਾਲਤ ਵੱਲੋਂ ਗਲਤਾਨ ਮਸਤ ਹੋ ਗਏ ਹਾਂ, ਜਾਂ ਇਸ ਵਰਤਮਾਨ ਸਮੇਂ ਵਿੱਚ ਮਸਤ ਹੋ ਗਏ ਹਾਂ। ਇਉਂ ਉਸ ਦੇ ਨਿਹਾਲਪੁਰੇ ਨੂੰ ਦੇਖ ਕੇ ਮਨ ਬਾਣੀ ਸਰੀਰ ਕਰਕੇ ਪ੍ਰਸੰਨ ਆਨੰਦਿਤ ਹੋ ਗਏ ਹਾਂ। ਨਾਟ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨਾਟ ਰਾਗ ਦੇ ਵਿੱਚ ਅਗਲਾ ਸ਼ਬਦ ਉਚਾਰ ਰਹੇ ਹਨ। ਮਨ ਮਿਲ ਸੰਤ ਸੰਗਤ ਸੁਭਵੰਤੀ। ਹੇ ਮੇਰੇ ਪਿਆਰੇ ਮਨਾ, ਸੰਤਾਂ ਮਹਾਤਮਾ ਦੀ ਸੰਗਤ ਚ ਮਿਲਣੇ ਕਰਕੇ ਚਿੱਤ ਦੀ ਬਿਰਤੀ ਭਗਤੀ ਰੂਪ ਸ਼ੋਭਾ ਵਾਲੀ ਹੋਵੇਗੀ। ਸੁਨ ਅਕਥ ਕਥਾ ਸੁਖਵੰਤੀ। ਅਤੇ ਜੋ ਕਥਨ ਤੋਂ ਰਹਿਤ ਸੁਖ ਸਰੂਪ ਦੀ ਪ੍ਰਾਪਤੀ ਵਾਲੀ ਕਥਾ ਹੈ ਉਸ ਨੂੰ ਸੁਣਨਾ ਕਰ। ਸੁਣ ਮਨ ਅਕਥ ਕਥਾ ਹਰ ਨਾਮ। ਐ ਮੇਰਿਆ ਮਨ, ਅਕਥ ਪ੍ਰਭੂ ਦੀ ਕਥਾ ਤੂੰ ਸੁਣਨਾ ਕਰ ਪਿਆਰ ਦੇ ਨਾਲ। ਹਰੀ ਨਾਮ ਦੀ ਕਥਾ ਸਭ ਕਿਲ ਵਿਖ ਪਾਪ ਲਹੰਤੀ। ਜੋ ਚਾਰ ਪ੍ਰਕਾਰ ਦੇ ਕਿਲ ਵਿਖ ਪਾਪ ਨੇ ਅਤੇ ਸਾਰੇ ਸਮਾਨ ਪਾਪਾਂ ਨੂੰ ਲਾਹ ਦੇਣ ਵਾਲੀ ਹੈ। ਹਰ ਹੋ ਲਿਖਤ ਲਿਖੰਤੀ। ਹੇ ਭਾਈ ਹੇ ਭਾਈ, ਜਦੋਂ ਮੱਥੇ ਤੇ ਪਰਮੇਸ਼ਰ ਨੇ ਆਪ ਆਪਣੀ ਪ੍ਰਾਪਤੀ ਦੀ ਲਿਖਤ ਲਿਖੀ ਹੋਵੇ ਉਸ ਵੇਲੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਹਰ ਕੀਰਤ ਕਲ ਯੁਗ ਬਾਦ। ਹਰ ਕੀਰਤ ਕਲ ਯੁਗ ਵਿੱਚ ਉਤਮ। ਸਾਧ ਸੰਗਤ ਜੀ, ਉਹ ਕੀਰਤ ਦਾ ਅਰਥ ਹੈ ਜਸ। ਉਹ ਜਿਹੜਾ ਜਸ ਕਰਨਾ ਹੈ ਭਾਵੇਂ ਸਾਜ਼ਾਂ ਦੇ ਨਾਲ ਹੋਵੇ ਭਾਵੇਂ ਸਾਜ਼ਾਂ ਤੋਂ ਬਗੈਰ ਹੋਵੇ। ਜਿਹੜਾ ਗੁਰਬਾਣੀ ਦਾ ਪਾਠ ਕਰਨਾ ਪਿਆਰ ਨਾਲ, ਇਹ ਵੀ ਕੀਰਤ ਹੈ। ਕਥਾ ਤਾਂ ਹੈ ਹੀ ਵਾਹਿਗੁਰੂ ਜੀ ਦਾ ਜਸ, ਤੇ ਜਿਹੜਾ ਕੀਰਤਨ ਹੈ ਉਹ ਕੀਰਤਨ ਤਾਂ ਆਪ ਸਮਝਦੇ ਹੋ ਵੀ ਕੀਰਤ ਦਾ ਅਰਥ ਹੀ ਕੀਰਤਨ। ਤੋ ਇਸ ਲਈ ਹਰੀ ਪਰਮੇਸ਼ਰ ਦੀ ਜੋ ਕੀਰਤਨ ਭਗਤੀ ਕਰਨੀ ਹੈ ਇਹੀ ਕਲਯੁਗ ਦੇ ਅੰਦਰ ਸਭ ਤੋਂ ਉੱਤਮ ਸ੍ਰੇਸ਼ਟ ਹੈ। ਹਰ ਉਤਮ ਕਥਾ ਸੁਨੀਜੈ ਸਰਵਣੀ ਮਇਆ ਕਰੋ ਭਗਵਾਨ। ਸਭ ਤੋਂ ਉਤਮ ਹਰ ਕੀ ਕਥਾ। ਵਾਹਿਗੁਰੂ ਜੀ, ਇਹ ਭਗਵਾਨ ਜੀ ਸਾਡੇ ਤੇ ਮਇਆ ਕਿਰਪਾ ਦ੍ਰਿਸ਼ਟੀ ਕਰੋ। ਜਿਹੜੀ ਕਲਯੁਗ ਦੇ ਵਿੱਚ ਹਰੀ ਦੀ ਕੀਰਤੀ, ਹਰੀ ਦੀ ਕਥਾ ਸਭ ਤੋਂ ਉੱਤਮ ਹੈ, ਇਹ ਸਾਡੇ ਕੰਨਾਂ ਵਿੱਚ ਪਾਓ ਜੀ।
हे महाराज कीर्तन निर्मोलक हीरा आनंद गुणी गहीरा। ये जड़ा कीर्तन है कि निर्मोलक हीरे की तरह आनंद देने वाला है, ये सब तो उत्तम है, ये तो उत्तम होर कुछ भी नहीं है। पुन दान जप तप जेते सब ऊपर नाम, सबना दे उपर हरि वाहिगुरु जी का नाम जो कीर्तन दे विच गाया जाता है। तो इसलिए हर कीर्तन सुने हर कीर्तन गावे, तिस जन दुख निकट नहीं आवे। साध संगल कीर्तन गाया नानक ते बहुर न आया। ये कलयुग के अंदर सब तो उत्तम श्रेष्ठ है। माता गुर माता कथा भजंती, हर गुर सिक्ख्या द्वारा मत बुद्धि के अंदर स्वरूप लखना ते तटस्थी लक्षण वाली कथा का भजन करना में सब तो श्रेष्ठ है। जैन जन सुनी मानी है जैन जाना, जिस गुरमुख जाने परमेश्वर की कीर्ति अते कथा श्रद्धा ते विश्वास रूप करना द्वारा सुनी है, अते जिस गुरमुख जाने मनी है। तैस जन कहाओ कुर्बानंती, इस गुरमुख जन दे उपरों असी अत्यंत करके कुर्बान जाते हैं, बलिहार जाते हाँ। हार कथ कथा का जिन रस चाखिया, कथन तो रहत हरि परमेश्वर की प्राप्ति कराने वाली कथा का जिस गुरमुख जन ने प्रेम रस चखिया है। तैस जाना सब भूख लहंती, इस गुरमुख जन की सारी आशा रूपी भुख लह गई है। नानक जन हर कथा सुन तृप्ते, प्रसादा छाके तो रजी दा ही है, पर आ जिहड़ी कथा है एक बार सरवण कर लो, सारी दिहाड़ी भुख नहीं लगती, जिथे मर्जी तुरे फिरो। शामां नूं फिर रात भर रज रहिंदा, जिवें रोटी खा के एक बार लंगर च 10-15 मिनट ला लो सवेरे, फिर दिने जिथे मर्जी जाओ। नहीं तो रोटी जी ध्यान रहूगा भी रोटी नहीं खाधी, रोटी नहीं खाधी, मैं भुखा हाँ। वो भावें हज़ारां चीज़ां खा लो, पर मन च रहूगा प्रसादा नहीं छकिया। पर जे करी छक लो तो फिर ध्यान नहीं रहिंदा। तो इस तरह जिहड़ी महाराज की कथा है ये आत्मक तृप्ति कराउण वाली है। तो जे ये सरवण कर लो तो इहदे नाल मन प्रसन्न रहिंदा है, मन खिड़िया हरिया बाग। नहीं तो अपने आप दे विच ही महसूस हुंदा रहिंदा कि अज समा फजूल चला गया, समा सफल नहीं होया। 1 घंटे ना 8 घंटे सफल हो जाते। श्री सुखमनी साहब जी का महाराज ने पाठ बख्शिया तो उसका महात्म ही ये दिता है कि श्री सुखमनी साहब जी के 24,000 अखर ने। एक बार पाठ कर लो अमृत वेले तो सारी दिहाड़ी बने 24,000 सवाल सफल हो जाते हैं। तो उम ही वैसे 8 पैर महाराज का नाम जपण का हुक्म है, पर मन जिहड़ा प्रसन्न हो जाता है। साडा मन गुरु चौथे पातशाह जी कहते ने कथा सुन के रज गया है, आत्मक आनंद करके तृप्त हो गया है। अते जप हर 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 होवंती, सबना नू हरे परे करन वाले हरि परमेश्वर का नाम जप के वो हरि परमेश्वर का रूप ही हो गया है। जो परमेश्वर के नाम नू पिछे जपदे सी वो हरि का रूप हो गए, जो हुण हरि का नाम जपदे ने वो हरि का रूप हो रहे ने। जिहड़े अगे नू हरि का नाम जपणगे वो भी हरि का रूप ही हो जाणगे। नट महला चौथा, चौथे पातशाह धन सतगुरु श्री गुरु रामदास साहब जी नट राग दे विच बख्शिशा रहमतां करदे ने। कोई आन सुनावे
ਕੋਈ ਆ ਕੇ ਗੁਰਮੁਖ ਪ੍ਰੇਮੀ ਮੈਨੂੰ ਸੁਣਾਉਣਾ ਕਰੇ। ਹਰ ਕੀ ਹਰ ਗਾਲ, ਗਾਲ ਨਾਮ ਹੈ ਗੱਲ ਦਾ। हे ਭਾਈ, ਹਰੇਕ ਗੱਲਾਂ ਵਿੱਚੋਂ ਹਰੀ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੇ ਬਚਨ ਗੁਰਮੁਖ ਪ੍ਰੇਮੀ ਕੋਈ ਹੈ? ਕੋਈ ਆਵੈ ਸੰਦੋ ਹਰ ਕਾ ਜਨ ਸੰਦੋ, ਕੋਈ ਹੈ ਹਰੀ ਦਾ ਸੰਤ ਜਨ ਤੇ ਮੋਹੇ ਮਾਰਗ ਦਿਖਲਾਵੇ। ਇਹ ਸੱਚੇ ਪਾਤਸ਼ਾਹ ਬਿਨ ਹਰ ਹੈ ਕੋ ਕਹਾਂ ਬਤਾਵੋ, ਬਤਾਵੋ ਦੱਸੋ। ਬਿਨ ਹਰ, हरि तो बिना को कौन है? कोई है? कोई आवे प्रीतम सो मेरा प्रीतम जन संतो मोहे मार्ग दिखलावे। महाराज तो बगैर वैसे कोई नहीं है, क्योंकि रब का किसी को पता ही नहीं भी रहिंदा कित्थे है। सब तो वड्डा तां दुनिया विच विष्णु है, मतलब दुनिया तो उपरली दुनिया तो भी वड्डा विष्णु है। वो बेचारे नूं खुद आप नहीं पता भी परमात्मा कित्थे रहिंदा है। तो मेरे ख्याल मुताबिक रब की गल तो फिर रब ही दस सकदा, जिहदे बारे किसी नूं पता ही नहीं, उन्हें वेखिया ही नहीं कि उहदा घर कित्थे है, वो रहिंदा कित्थे है, वो किवें दा है। फिर दसो कौन दसेगा? तो फिर महाराज आप ही कृपा करें। सो आप नारायण कला तार जग में परवरियो। खुद आप नारायण आप दियां घर दियां गल्लां आप दियां बातां बताउण लई भी मेरी प्राप्ति किवें हुंदी, मैं कित्थे रहिंदा। गुरु नानक साहब नाम रखा के दुनिया च अवतरिया, तां फिर उन्हें सारियां गल्लां बातां गुरबाणी विच दसियां। तो इसलिए बिना हरि तो बिना गुरु नानक साहब तो कोई दस नहीं सकदा। सो हे महाराज, कोई आन सुनावे हर की हर गाल, कोई गुरमुख प्रेमी या गुरु महाराज सानू आके सुनाना करे। हरि परमेश्वर की प्राप्ति की बात मैनू संसाराकार वाली बिरती तो आन लिया के, मतलब मोड़ के, ਜਿਹੜੇ ਹਰਿਆ ਪਸ਼ੂ ਵਾਂਗ ਜਿਸ ਤਰ੍ਹਾਂ ਡੰਗਰ ਨੂੰ ਡੰਡੇ ਨਾਲ ਮੋੜ ਲਈਦਾ, ਇਸ ਤਰ੍ਹਾਂ ਬਿਰਤੀ ਬ੍ਰਹਮਾ ਕਰ ਕਰਕੇ ਹਰੀ ਪਰਮੇਸ਼ਰ ਦੀ ਗੱਲ ਸੁਣਾਉਣਾ ਕਰੇ। ਕੋਈ ਆਵੇ मेरा प्रीतम जन संतो मोहे मार्ग दिखलावे। मेरे हर प्रीतम की कोई बात सुनावे, सो भाई सो मेरा वीर, जिहदे ते बख्शिश हो गई है। टकसाली महापुरखा मान जिन्हां ने गुरबाणी की कथा बड़े प्यार सत्कार नाल सरवण कराई। धन गुरु गोबिंद सिंह की बख्शिश हुई बाबा तर सिंह जी मस्तूआणा वालियां दे। उन्होंने धारना का कीर्तन इहो जिहा प्रारंभ किया जो अज तक वेखो बड़े प्यार सत्कार नाल संसार विच प्रवृत्त है। वो कीर्तन भगती दे द्वारा महाराज दीयां बातां मारदे, कथा कहानियां सुनाउंदे, हर कीयां कथा कहानियां गुरमीत सुनाइयां। तो इंज सो जिहड़े रब दे प्यार वाले हन वो साडे भाई ने, साडे वीर ने, महापुरख संत रब दे प्यारे। तिस कहो बल बल बाल। हाँ जी, दो बारी है तिस कहो बल बल बाल। तिस गुरमुख जन दे उपरों, संत जन दे उपरों असी मन करके बल बलिहार, बाणी करके बल बलिहार ते शरीर करके बाल बलिहार जाते आ। इसे प्रकार तिस कहो बल बल बाल। बाल रोम रोम करके बलिहार कुर्बान जाते हैं, उस बली पुरख के उपरों बलिहार कुर्बान जाते हैं। सो हर जन है फल पाल। ओ परमेश्वर दा दास है ते भलियां तो भला श्रेष्ठ है। हर हो मेल निहाल। हे भाई, जब हरि परमेश्वर दे नाल मिलाप हो जाए तद नेहाल प्रसन्न आनंदित हो जाईदा है। रहाओ। श्री राम
ਰਾਮ ਦੇ ਕਰ ਫਰਮਾਨ ਕਰਦੇ ਨੇ। ਹਰ ਕਾ ਮਾਰਗ ਗੁਰ ਸੰਤ ਬਤਾਇਓ। ਹਰੀ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਸਤਿਗੁਰੂ ਸੰਤਾਂ ਨੇ ਕਿਰਪਾ ਕਰਕੇ ਅਧਿਕਾਰੀਆਂ ਨੂੰ ਦੱਸਣਾ ਕੀਤਾ ਹੈ। ਗੁਰ ਚਾਲ ਦਿਖਾਈ ਹਰ ਚਾਲ। ਪਰ ਜੋ ਹਰੇਕ ਮਰਿਆਦਾ ਵਿੱਚੋਂ ਪਰਮੇਸ਼ਰ ਦੀ ਭਗਤੀ ਵਿੱਚ ਚੱਲਣਾ, ਇਹ ਗੁਰੂ ਸਾਹਿਬ ਨੇ ਮਰਿਆਦਾ ਦਿਖਾਈ ਹੈ। ਜਾਂ ਸੰਸਾਰਕ ਚਾਲਣਾ ਹਰਨ ਕਰਕੇ ਗੁਰਾਂ ਨੇ ਹਰੀ ਦੀ ਪ੍ਰਾਪਤੀ ਦੀ ਚਾਲ ਦਿਖਾਈ ਹੈ। ਅੰਤਰ ਕਪਟ ਚੁਕਾਵਹੁ ਮੇਰੇ ਗੁਰ ਸਿੱਖਹੁ। ਇਹ ਮੇਰੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿੱਖੋ, ਆਪਣੇ ਹਿਰਦੇ ਦੇ ਅੰਦਰੋਂ ਕਪਟ ਚੁਕਾ ਦਿਓ। ਜੇ ਤੁਸੀਂ ਗੁਰਦੁਆਰੇ ਦੇ ਅੰਦਰੋਂ ਕੁਝ ਲੈਣਾ ਚਾਹੁੰਦੇ ਹੋ ਤਾਂ ਇੱਥੇ ਲੜਾਈ ਛੱਡ ਦਿਓ, ਝਗੜਾ ਛੱਡ ਦਿਓ, ਈਰਖਾ ਛੱਡ ਦਿਓ, ਵਲ ਵੜਿੰਗ ਵਾਲੀਆਂ ਗੱਲਾਂ ਛੱਡ ਦਿਓ। ਜੋ ਛਲ ਕਰਨਾ ਹੈ, ਛਲ ਦਾ ਮਤਲਬ ਹੈ ਕਿਸੇ ਨੂੰ ਧੋਖੇ 'ਚ ਲਿਜਾ ਕੇ ਝੂਠ ਬੋਲ ਕੇ ਉਹਦੇ ਤੋਂ ਠੱਗੀ ਮਾਰਨੀ ਹੈ, ਇਹ ਛਲ ਕਰਨਾ ਛੱਡ ਦਿਓ। ਅੰਦਰੋਂ ਬਾਹਰੋਂ ਇੱਕ ਹੋਣਾ ਕਰੋ, ਤੋ ਵਲ ਛਲ ਚੁਕਾਉਣਾ ਕਰੋ, ਦੂਰ ਕਰੋ। ਨਹਿ ਕਪਟ ਕਮਾਵਹੁ ਹਰ ਕੀ ਹਰ ਕਾਲ। ਜੋ ਹਰੇਕ ਕਮਾਈਆਂ ਵਿੱਚੋਂ ਹਰੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਭਗਤੀ ਰੂਪ ਕਮਾਈ ਹੈ, ਇਸ ਨੂੰ ਨਿਰਛਲ ਹੋ ਕੇ ਕਮਾਉਣਾ ਕਰੋ। ਨਿਹਾਲ ਨਿਹਾਲ ਨਿਹਾਲ। ਫਿਰ ਜੋ ਸਾਰਿਆਂ ਨੂੰ ਦ੍ਰਿਸ਼ਟਾ ਰੂਪ ਹੋ ਕੇ ਦੇਖਣ ਵਾਲਾ ਬ੍ਰਹਮ ਹੈ, ਉਸ ਦੇ ਦਰਸ਼ਨ ਨੂੰ ਵੇਖ ਕੇ ਪ੍ਰਸੰਨ ਆਨੰਦਿਤ ਹੋ ਜਾਵੋਗੇ। ਜਾਂ ਸਤਿਯੁਗ ਦੇ ਵਿੱਚ ਨਿਹਾਲ, ਤ੍ਰੇਤੇ ਵਿੱਚ ਵੀ ਨਿਹਾਲ, ਦੁਆਪਰ ਵਿੱਚ ਵੀ ਨਿਹਾਲ ਤੇ ਕਲਯੁਗ ਦੇ ਵਿੱਚ ਵੀ ਨਿਹਾਲ ਹੋ ਜਾਵੋਗੇ। ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਭਾਏ। ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਸਿੱਖ ਮੇਰੇ ਹਰੀ ਪਰਮੇਸ਼ਰ ਨੂੰ ਚੰਗੇ ਲੱਗੇ ਨੇ, ਪਾ ਗਏ ਹਨ। ਜਿਨ੍ਹਾਂ ਹਰ ਪ੍ਰਭ ਜਾਣਿਓ ਮੇਰਾ ਨਾਲ। ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਮੇਰਾ ਹਰੀ ਪਰਮੇਸ਼ਰ ਹਰ ਵਕਤ ਆਪਣੇ ਨਾਲ ਜਾਣਿਆ ਹੈ। ਜਨ ਨਾਨਕ ਕਉ ਮਤ ਹਰ ਪ੍ਰਭ ਦੀਨੀ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਮੈਨੂੰ ਜਨ ਦਾਸ ਨੂੰ ਗੁਰਾਂ ਨੇ ਹਰੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਮਤ ਸਿੱਖਿਆ ਦਿੱਤੀ, ਬਖਸ਼ਿਸ਼ ਕੀਤੀ ਹੈ। ਹਰ ਦੇਖ ਨਿਕਟ ਹਦੂਰ। ਤਦ ਹਰੀ ਪਰਮੇਸ਼ਰ ਨੂੰ ਨੇੜੇ ਤੋਂ ਵੀ ਨੇੜੇ ਹਾਜ਼ਰ ਨਾਜ਼ਰ ਦੇਖਣਾ ਕੀਤਾ। ਨਿਹਾਲ 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 ਨਿਹਾਲ। ਹਾਂਜੀ, 4 ਵਾਰੀ ਸਹੀ ਪੜਿਆ। ਅਤੇ ਸਾਰਿਆਂ ਦੇ ਤਾਈ ਦ੍ਰਿਸ਼ਟਾ ਰੂਪ ਹੋ ਕੇ ਨਿਹਾਲ ਵੇਖਣ ਵਾਲੇ, ਨਿਹਾਲ ਆਨੰਦ ਸਰੂਪ ਪਰਮੇਸ਼ਰ ਦੇ ਦਰਸ਼ਨ, ਨਿਹਾਲ ਵੇਖ ਕੇ ਨਿਹਾਲ ਪ੍ਰਸੰਨ ਆਨੰਦਿਤ ਹੋ ਗਏ। ਇਹ 4 ਅਰਥ ਆਏ ਨੇ। ਜਾਂ ਉਸ ਨਿਹਾਲ ਆਨੰਦ ਸਰੂਪ ਦੇ ਦਰਸ਼ਨ ਕਰਕੇ ਮਨ ਬਾਣੀ ਸਰੀਰ ਕਰਕੇ ਨਿਹਾਲ ਹੋ ਗਏ। ਜਾਂ ਚਤੁਸ਼ਟ ਅੰਧਕਰਨ ਨਿਹਾਲ ਹੋ ਗਿਆ ਹੈ। ਰਾਗ ਨਟ ਨਾਰਾਇਣ ਮਹੱਲਾ ਪੰਜਵਾ। ਨਟ ਨਾਰਾਇਣ ਰਾਗ ਦੇ ਵਿੱਚ ਦੀਨ ਦੁਨੀਆ ਦੇ ਵਾਲੀ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਪਹਿਲਾਂ ਚੌਥੇ ਪਾਤਸ਼ਾਹ ਜੀ ਦੀ ਜੋ ਇਹ ਗੁਰਬਾਣੀ ਚੌਪ ਦੇ ਸ਼ਬਦ ਪੜਤਾਲ ਇਹ ਸੰਪੂਰਨ ਹੋਏ। ਹੁਣ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। ਇੱਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਰਾਮ ਇਹ ਪਰਮੇਸ਼ਰ ਹਉ ਕਿਆ ਜਾਣ ਕਿਆ ਮੈਂ ਕੀ ਜਾਣਾ, ਕਿਆ ਪਾਵੈ। ਤੈਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ,
ਕਿਹੜਾ ਸਾਧਨ ਤੈਨੂੰ ਭਾਉਂਦਾ ਜਿਸ ਨਾਲ ਕਿ ਤੂੰ ਪ੍ਰਾਪਤ ਹੁੰਦਾ ਹੈ। ਮਨ ਪਿਆਸ ਬਹੁਤ ਦਰਸਾਵੈ, ਇਹ ਅੰਤਰਜਾਮੀ ਤੇਰੇ ਦਰਸ਼ਨਾਂ ਦੀ ਮੇਰੇ ਮਨ ਵਿੱਚ ਅਤਿਅੰਤ ਪਿਆਸ ਚਾਹਣਾ ਇੱਛਾ ਲੱਗੀ ਹੋਈ ਹੈ। ਰਹਾਉ ਵਿਸ਼ਰਾਮ ਦੇ ਖਰ ਫੁਰਮਾਨ ਕਰਦੇ ਨੇ, ਸੋਈ ਗਿਆਨੀ ਉਹੀ ਗਿਆਨੀ ਹੈ, ਸੋਈ ਜਨ ਤੇਰਾ, ਉਹੀ ਤੇਰਾ ਭਗਤ ਜਨ ਹੈ। ਜਿਸ ਉੱਪਰ ਰੁਚਿ ਆਵੈ, ਇਹ ਪਰਮੇਸ਼ਰ ਜਿਹਦੇ ਉੱਪਰ ਤੇਰੀ ਰੁਚੀ ਆ ਜਾਵੇ ਉਹੀ ਤੇਰੇ ਸਰੂਪ ਦਾ ਗਿਆਨੀ ਹੈ, ਉਹੀ ਤੇਰਾ ਭਗਤ ਜਨ ਹੈ। ਕਿਰਪਾ ਕਰਹੁ ਜਿਸ ਪੁਰਖ ਵਿਧਾਤੇ, ਜੇ ਤਾਂ ਬਰਾਬਰ ਤੇਰਾ ਰਾ ਹੋਵੇ ਫਿਰ ਤਾਂ ਪਾਖਾਂਗੇ ਕਿਰਪਾ। ਜਿਸ ਤਰ੍ਹਾਂ ਕ੍ਰਿਸ਼ਨ ਦੇ ਪੈਰ 'ਚ ਰਾਰਾ ਹੁੰਦਾ ਤੇ ਆਪਾਂ ਕਹਿੰਦੇ ਆ ਕ੍ਰਿਸ਼ਨ, ਕਿਰਸ਼ਨ ਨਹੀਂ ਹੁੰਦਾ। ਇਸੇ ਤਰ੍ਹਾਂ ਜੇ ਤਾਂ ਬਰਾਬਰ ਤੇ ਰਾਰਾ ਫਿਰ ਤਾਂ ਉਚਾਰਨ ਬਣਦਾ ਹੈ ਕਿਰਪਾ, ਪਰ ਇਹ ਪੈਰ ਦੇ ਵਿੱਚ ਰਾਰਾ ਹੋਣ ਕਰਕੇ ਜਿਵੇਂ ਕ੍ਰਿਸ਼ਨ ਬੋਲਦੇ ਆ ਇਹ ਤਾਂ ਕਿਰਪਾ ਉਚਾਰਨ ਬਣਦਾ ਹੈ। ਇਹ ਫਲ ਪ੍ਰਦਾਤੇ ਪਰਮੇਸ਼ਰ ਇਹ ਪੂਰਨ ਜਿਸ ਉਤੇ ਤੂੰ ਕਿਰਪਾ ਕਰੋ, ਕਿਰਪਾ ਦਇਆ ਦ੍ਰਿਸ਼ਟੀ ਕਰੋ ਕਰਦਾ ਹੈ। ਸੋ ਸਦਾ ਸਦਾ ਤੁਧ ਧਿਆਵੈ, ਉਹ ਸਦਾ ਹਮੇਸ਼ਾ ਵਾਸਤੇ ਤੇਰੇ ਸਰੂਪ ਦੇ ਧਿਆਨ ਵਿੱਚ ਜੁੜਿਆ ਰਹਿੰਦਾ ਅਤੇ ਸਦਾ ਹਮੇਸ਼ਾ ਧਿਆ ਕਰ ਬਿਰਤੀ ਕਰਕੇ ਤੈਨੂੰ ਧਿਆਉਂਦਾ ਰਹਿੰਦਾ ਹੈ। ਕਾਵਨ ਜੋਗ ਇਹ ਪਰਮੇਸ਼ਰ ਮੰਤਰ ਜੋਗ, ਹਠ ਜੋਗ, ਇਹਨਾਂ ਵਿੱਚੋਂ ਕਿਹੜਾ ਜੋਗ ਦਸੀਏ? ਕਾਵਨ ਗਿਆਨ ਧਿਆਨਾ, ਉਹ ਸੰਬੰਧ ਗਿਆਨ, ਭੇਦ ਗਿਆਨ ਆਦਿ ਵਿੱਚੋਂ ਕਿਹੜਾ ਗਿਆਨ ਦਸੀਏ ਤੇ ਉਹ ਕਿਹੜਾ ਧਿਆਨ ਦਸੀਏ ਜਿਹਦੇ ਨਾਲ ਤੂੰ ਪ੍ਰਾਪਤ ਹੁੰਦਾ ਹੈ। ਕਾਵਨ ਗੁਣੀ ਰੀਝਾਵੈ, ਅਤੇ ਉਹ ਕਿਹੜੇ ਗੁਣ ਨੇ ਜਿਹਦੇ ਨਾਲ ਕਿ ਤੈਨੂੰ ਪ੍ਰਸੰਨ ਕਰ ਸਕੀਏ। ਮਹਾਰਾਜ ਆਪ ਜੀ ਦੱਸੋ। ਚਿੱਤ ਦੀ ਬਿਰਤੀ ਦਾ ਨਿਰੋਧ ਕਰਨਾ ਹੀ ਯੋਗ ਹੈ। ਚਿੱਤ ਬਿਰਤੀ ਨਿਰੋਧ ਸਾਜੋਗਾ। ਬ੍ਰਹਮ ਆਤਮਾ ਦਾ ਭੇਦ ਨਿਸ਼ਚੈ ਕਰਨਾ ਹੀ ਗਿਆਨ ਹੈ। ਮਤਲਬ ਜਿਹੜੀਆਂ ਚਿੱਤ ਦੀਆਂ ਬਿਰਤੀਆਂ ਸਾਡੀਆਂ ਸੰਸਾਰ ਵਿੱਚ ਵਿਕਾਰਾਂ 'ਚ ਖਿੰਡੀਆਂ ਹੋਈਆਂ ਨੇ, ਇਹਨੂੰ ਕਥਾ ਕੀਰਤਨ ਦੀ ਚੁੰਬਕ ਲੈ ਕੇ ਤੇ ਰੋਕ ਕੇ ਗੁਰਦੁਆਰੇ ਦੇ ਅੰਦਰ ਟਿਕਾਈ ਰੱਖਣਾ ਜਾਂ ਮਨ ਦੇ ਅੰਦਰ ਅੰਤःਕਰਨ 'ਚ ਇਹਨੂੰ ਰੋਕ ਕੇ ਰੱਖਣਾ, ਕਾਬੂ ਕਰਕੇ ਰੱਖਣਾ, ਇਹਦਾ ਨਾਮ ਹੈ ਯੋਗ। ਯੋਗ ਦਾ ਅਖਰੀ ਅਰਥ ਹੈ ਜੁੜਨਾ। ਜੁੜਨਾ, ਕੋਈ ਮਾਂ ਨਾਲ ਜੁੜਦਾ, ਕੋਈ ਭੈਣ ਨਾਲ ਜੁੜਦਾ, ਕੋਈ ਭਰਾ ਨਾਲ ਜੁੜਦਾ, ਕੋਈ ਆਪਦੇ ਬੱਚਿਆਂ ਪਰਿਵਾਰ ਨਾਲ ਜੁੜਦਾ, ਕੋਈ ਦੇਵੀ ਦੇਵਤਿਆਂ ਨਾਲ ਜੁੜਦਾ, ਕੋਈ ਪੀਰਾਂ ਫਕੀਰਾਂ ਨਾਲ ਜੁੜਦਾ, ਕੋਈ ਆਪਦੇ ਸਰੀਰ ਦੇ ਨਾਲ ਹੀ ਮੇਰੇ ਵਰਗਾ ਕਦੀ ਇਹਨੂੰ ਸੰਭਾਲਿਆ, ਕਦੀ ਨਵਾ ਲਿਆ, ਕਦੀ ਸੋਹਣੇ ਕੱਪੜੇ ਪਾ ਕੇ ਇਹਨੂੰ ਪਾਰਟੀ ਦੇ ਲੈ ਗਏ, ਕੋਈ ਸਰੀਰ ਨਾਲ ਜੁੜਿਆ। ਪਰ ਆਪਾਂ ਨੇ ਜੁੜਨਾ ਹੈ ਹਰ ਜਗ੍ਹਾ ਸਭ ਨਿਵਾਨ। ਜਿਹੜਾ ਰੱਬ ਨਾਲ ਜੁੜ ਗਿਆ ਸੋ ਜੋਗੀ ਹੈ। ਚਿੱਤ ਦੀ ਬਿਰਤੀ ਨੂੰ ਨਿਰੋਧ ਕਰਕੇ ਜਿਹੜਾ ਮਨ ਨੂੰ ਰੱਬ ਦੇ ਨਾਮ 'ਚ ਜੋੜਨਾ ਸੋ ਯੋਗ ਹੈ। ਬ੍ਰਹਮ ਅਕਾਲ ਪੁਰਖ ਪਰਮਾਤਮਾ ਤੇ ਆਤਮਾ ਸਾਡੀ ਜੀਵ ਆਤਮਾ ਬ੍ਰਹਮ ਦੀ ਅੰਸ਼। ਸੋ ਬ੍ਰਹਮ ਆਤਮਾ ਦਾ ਆਪਸ 'ਚ ਅਭੇਦ ਨਿਸ਼ਚੈ ਕਰਨਾ ਇਹੀ ਗਿਆਨ ਹੈ। ਆਤਮਾ ਪ੍ਰਾਤਮਾ ਏਕੋ ਕਰੈ, ਅੰਦਰ ਕੀ ਦੁਬਦਾ ਅੰਤਰ ਮਰੈ। ਤੇ ਜਿਹੜਾ ਧੀਰ ਦਾ ਰੂਪ ਹੀ ਹੋ ਜਾਣਾ ਧਿਆਉਂਦਿਆਂ ਧਿਆਉਂਦਿਆਂ, ਇਹ ਧਿਆਨ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਸੋ ਜਿਹੜਾ ਧਿਆਨ ਕਰਦਿਆਂ ਧੀ ਦਾ ਰੂਪ ਹੋ ਜਾਣਾ ਇਹ ਧਿਆਨ ਹੈ। ਸਤ ਸੰਦੋਖ ਆਦਿਕ ਸ਼ੁਭ ਗੁਣ ਕੋਲ ਹੋਣ ਤਾਂ ਪ੍ਰਭੂ ਪ੍ਰਸੰਨ ਹੁੰਦਾ ਹੈ। ਸੋਈ ਜਾਨਾ ਸੋਈ ਨਿਜ ਭਗਤਾ, ਉਹੀ ਤੇਰਾ ਭਗਤ ਜਨ ਜਾਂ ਜਨ ਪਿਆਰਾ ਤੇ ਉਹੀ ਨਿਜ ਸਵੈ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਤੇਰਾ ਭਗਤ ਹੈ। ਜੈਸੇ ਉਪਰ ਰੰਗ ਲਾਵੈ, ਇਹ ਪਰਮੇਸ਼ਰ ਜਿਹਦੇ ਹਿਰਦੇ ਉੱਪਰ ਤੂੰ ਰੰਗ
ਪ੍ਰੇਮ ਰੂਪੀ ਰੰਗ ਲਾ ਦਿੰਦਾ ਹੈ। ਸਾਈ ਮਤ ਉਹੀ ਸ਼ਾਸਤਰ ਗਿਆਨ ਵਾਲੀ ਮਤ ਜਾਣੀ ਚੰਗੀ ਮਤ ਹੈ। ਸਾਈ ਬੁੱਧ ਸਿਆਣਪ ਉਹੀ ਸਰੂਪ ਦੀ ਲਖਣਾ ਵਾਲੀ ਸਿਆਣਪ ਦੇ ਸਹਿਤ ਬੁੱਧੀ ਹੈ। ਜੈਤ ਨਿਮਖ ਨਾ ਪ੍ਰਭੂ ਬਿਸਰਾਵੈ ਪ੍ਰਭ ਬਿਸਰਾਵੈ। ਜਿਸ ਕਰਕੇ ਨਿਮਖ ਅੱਖ ਦੇ ਝਮਕਣ ਜਿੰਨੇ ਸਮੇਂ ਵਿੱਚ ਪਰਮੇਸ਼ਰ ਨੂੰ ਨਾ ਭੁਲਾਵੇ। ਇਹ ਨਾ ਬੁੱਧ ਬੋ ਸ਼ਾਸਤਰ ਪੜ੍ਹੇ, ਇਹ ਨਾ ਬੁੱਧ ਬੋ ਤੋੜੇ ਗੜੇ, ਇਹ ਨਾ ਬੁੱਧ ਬੋ ਦੇਸ ਕਮਾਏ। ਤੇ ਸਰਵ ਇਸ ਤਰ੍ਹਾਂ ਜਿਹੜੀ ਬੁੱਧੀ ਹੈ ਇਹ ਸਭ ਤੋਂ ਉੱਤਮ ਉਹਦੀ ਹੈ। ਉਤਮ ਮਤ ਮੇਰੇ ਹਿਰਦੈ ਤੂੰ ਆਓ ਧਿਆਵੋ ਗਾਵੋ ਗੁਣ ਗੋਬਿੰਦਾ ਅਤ ਪ੍ਰੀਤਮ ਮੋਹਿ ਲਾਗੇ ਨਾ। ਜਿਹੜਾ ਅਥੇ ਕਰਕੇ ਪ੍ਰੀਤਮ ਪਿਆਰਾ ਉਹਦਾ ਜਿਹੜਾ ਨਾਮ ਹੈ ਉਹ ਮਨ ਦੇ ਵਿੱਚ ਪਿਆਰਾ ਲੱਗੇ। ਇਹੀ ਸਭ ਤੋਂ ਉੱਤਮ ਬੁੱਧੀ ਹੈ ਕਿ ਇੱਕ ਨਿਮਖ ਮਾਤਰ ਵੀ ਵਾਹਿਗੁਰੂ ਜੀ ਨਾਮ ਭੁੱਲੇ। ਸੰਤ ਸੰਗ ਲਾਗਾ ਇਹੋ ਸੁਖ ਪਾਇਓ। ਸ਼ਾਂਤ ਆਤਮਾ ਵਾਲੇ ਗੁਰਾਂ ਦੀ ਸੰਗਤ ਚਲਾ ਕੇ ਇਹ ਸੁਖ ਪਾਇਆ ਹੈ। ਹਰ ਗੁਣ ਸਦ ਹੀ ਗਾਵੈ। ਜਿਹੜਾ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਹਮੇਸ਼ਾ ਹੀ ਗਾਉਣਾ ਕੀਤਾ ਹੈ। ਦੇਖਿਓ ਅਚਰਜ ਮਹਾ ਮੰਗਲ ਰੂਪ। ਵੱਡੇ ਮੰਗਲ ਆਨੰਦ ਸਰੂਪ ਅਤੇ ਅਚਰਜ ਸਰੂਪ ਪਰਮੇਸ਼ਰ ਨੂੰ ਦੇਖਣਾ ਕੀਤਾ ਹੈ। ਸਿਆਣ ਨਹੀਂ ਦਿਸ ਟਾਵੈ। ਆਣ ਕੁਝ ਹੋਰ ਸਾਨੂੰ ਦ੍ਰਿਸ਼ਟੀ ਵਿੱਚ ਹੀ ਨਹੀਂ ਆਉਂਦਾ ਹੈ। ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ। ਆਤਮ ਬਸਾਰਾ ਕਰਨ ਹਰ ਪ੍ਰਭ ਨ ਨਹੀਂ ਜਾਣੀਐ। ਪੱਖੇ ਥੱਲੇ ਬੈਠੋ। ਕਹੋ ਨਾਨਕ ਮੋਰਚਾ ਗੁਰ ਲਾਹਿਓ। ਮੋਰਚਾ ਨਾਮ ਸਾਧ ਸੰਗਤ ਜੀ ਜੰਗਾਲ ਦਾ ਹੈ। ਇਹ ਸਾਡੇ ਮਨ ਰੂਪ ਲੋਹੇ ਨੂੰ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਆਦਿਕ ਦਾ ਜੰਗਾਲ ਲੱਗਾ ਹੋਇਆ ਹੈ। ਇਹ ਗੁਰਦੁਆਰੇ ਲੱਥਦਾ ਹੈ ਹਰੇਕ ਮਰਨ ਨਾਲ। ਮਸਕਲ ਹੋਏ ਜੰਗਾਲੀ ਰਾਮਕਲੀ ਦੀ ਤੀਸਰੀ ਵਾਰ 'ਚ ਮਸਕਲ ਅੱਖਰ ਆਇਆ ਸੀਗਾ ਦੁਬਈ ਦੇ ਵਿੱਚ। ਮੈਂ ਤਾਂ ਗਿਆ ਨਹੀਂ, ਪਰ ਜਿਹੜੇ ਗੁਰਮੁਖ ਗਏ ਨੇ ਉਹਨਾਂ ਦੱਸਿਆ ਵੀ ਦੁਬਈ 'ਚ ਰੇਗਮਰ ਨੂੰ ਮਸਕਲ ਕਹਿੰਦੇ ਨੇ। ਤੇ ਮਹਾਰਾਜ ਦੇ ਸ਼ਬਦ ਦੇ ਨਾਲ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੰਗਤ ਦੇ ਵਿੱਚ ਇਹੋ ਜਿਹਾ ਮਨ ਰੇਗਮਰ ਦੇ ਨਾਲ, ਰੇਗਮਰ ਬਾਰ-ਬਾਰ ਘਸਾਈ ਜਾਈਦਾ ਉਹ ਖਤਮ ਹੋ ਜਾਂਦਾ ਹੈ। ਤਾਂ ਕਿਤੇ ਮਾੜਾ ਮੋਟਾ ਜੰਗਾਲ ਉਤਰਦਾ ਹੈ। ਜੇ ਕਹੀਏ ਵੀ ਇੱਕ ਵਾਰ ਟੂਣਾ ਕਰ ਦਿਓ, ਉਹ ਜਿਸ ਤਰ੍ਹਾਂ ਕਹਿੰਦੇ ਨੇ ਵੀ ਕੱਪੜੇ 'ਚ ਨਾਰੀਅਲ ਲਪੇਟ ਕੇ ਤੇ ਉੱਤੇ ਫੁੱਲ ਪੱਤੀਆਂ ਰੱਖ ਕੇ ਤੇ ਮੱਥਾ, ਉਹ ਮੱਥੇ ਵਾਲੀ ਗੱਲ ਨਹੀਂ। ਇੱਥੇ ਕੋਈ ਜਾਦੂ ਦਾ ਕੰਮ ਨਹੀਂ ਹੈ। ਇਹ ਨਹੀਂ ਵੀ ਗੁਰਦੁਆਰੇ ਆਏ ਤੇ ਮਨ ਨੇ ਜਾਦੂ ਮਾਰਤਾ ਸਿਰ ਤੇ ਘੁਮਾ ਕੇ ਚੱਲ ਬਈ, ਉਹੋ ਜਿਹੀ ਗੱਲਬਾਤ ਨਹੀਂ ਹੈ। ਗੁਰੂ ਸਾਹਿਬ ਨੇ ਤਰੀਕੇ ਨਾਲ ਬੰਦੇ ਨੂੰ ਸਮਝਾਇਆ ਹੈ। ਮਤਲਬ ਕੋਈ ਜਾਦੂ ਨਹੀਂ ਕੀਤਾ। ਉਹਨੂੰ ਆਖਿਆ ਭਾਈ ਚੰਗਾ ਬਣ ਤੇ ਹੌਲੀ ਹੌਲੀ ਕਥਾ ਕੀਰਤਨ ਸੁਣ, ਮਹਾਰਾਜ ਦੇ ਸ਼ਬਦ ਦਾ ਜਾਪ ਕਰ ਤੇ ਫਿਰ ਥੋੜਾ ਥੋੜਾ ਮਨ ਬਣਦਾ, ਬੰਦਾ ਕੇਸ ਰੱਖਦਾ, ਫਿਰ ਅੰਮ੍ਰਿਤ ਛਕਦਾ, ਫਿਰ ਸੇਵਾ ਕਰਦਾ, ਫਿਰ ਚਿੱਤ ਬਾਣੀ 'ਚ ਜੁੜਦਾ। ਹੌਲੀ ਹੌਲੀ ਜਿਹੜਾ ਮਨ ਹੈ, ਜਿਵੇਂ ਭਾਈ ਜੋਗਾ ਸਿੰਘ ਨੇ ਆਖਿਆ ਸੀਗਾ ਵੀ ਇਹ ਸੱਚੇ ਪਾਤਸ਼ਾਹ ਜਿੰਨਾ ਬਰਤਨ ਨੂੰ ਮਾਂਝੀਏ ਗੁਰਦੁਆਰੇ ਦੇ ਬਰਤਨ ਨੂੰ, ਉਹਨਾਂ ਮਨ ਜਿਹੜਾ ਸਾਫ਼ ਹੁੰਦਾ। ਤੋ ਇਸ ਤਰ੍ਹਾਂ ਜਿਹੜਾ ਮਨ ਹੈ ਉਹ ਗੁਰੂ ਮਹਾਰਾਜ ਦੀ ਸੇਵਾ ਕਰਨ ਦੇ ਨਾਲ ਤੇ ਕਥਾ ਕੀਰਤਨ ਦੇ ਨਾਲ, ਇਹ ਮਸਲਣ ਦੇ ਨਾਲ, ਰੇਗਮਰ ਦੇ ਨਾਲ ਤਾਂ ਸਾਫ਼ ਹੁੰਦਾ ਹੈ। ਗੁਰੂ ਸਾਹਿਬ ਨੇ ਹੌਲੀ ਹੌਲੀ ਕਰ ਕਰਕੇ ਇਹਦਾ ਰੇਗਮਰ ਤੇ ਮੋਰਚਾ ਲਾ ਦਿੱਤਾ। ਮੋਰਚਾ ਜਿਹੜਾ ਜੰਗਾ ਲੱਗਾ ਹੋਇਆ ਸੀਗਾ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ। ਏਕ ਨਾਮ ਅੰਮ੍ਰਿਤੋ ਦੇਵੈ ਤੋ ਨਾਨਕ ਦ੍ਰਿਸ਼ਟਸ ਦੇਹ। ਇਹ ਕਾਮ ਗ੍ਰੋਹ ਲੋਹ ਮੋਹ ਦਾ, ਹੰਕਾਰ ਦਾ ਜੰਗਾ ਲਾ ਸੁੱਟਿਆ। ਇਹ ਇੱਕ ਦਿਨ ਦੀ ਗੱਲ ਨਹੀਂ ਹੈ, ਇੱਕ ਜਨਮ ਵੀ ਲੱਗ ਸਕਦਾ।
ਜਾਂ ਹੋਰ ਜਨਮ ਵੀ ਲੱਗ ਸਕਦਾ, ਤੇ ਪਹਿਲੇ ਦਿਨ ਹੀ ਨਹੀਂ ਕੁਝ ਵੀ ਹੁੰਦਾ ਹੈ। ਇਉਂ ਹੌਲੀ ਹੌਲੀ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ। ਤਹਿ ਗਰਭ ਜੋਨ ਗਹਿ ਆਵੈ। ਆ ਜਿਹੜਾ ਪੱਥਰ ਹੀ ਆ, ਪੱਥਰ ਇਹਨੂੰ ਵੀ ਘਸਾ ਕੇ ਚਿੱਟਾ ਕੀਤਾ ਹੋਇਆ। ਜੇ ਘਸਾਓ ਨਾ ਜੇ ਫਿਰ ਚਿੱਟਾ ਨਿਕਲਦਾ ਨਹੀਂ ਹੈ। ਤੋ ਇੰਜ ਕੱਪੜੇ ਨੂੰ ਵੀ ਧੋਣਾ ਪੈਂਦਾ। ਕਿਉਂ ਜਿਹੜਾ ਮਨ ਹੈ, ਮਨ ਦੀ ਸਫਾਈ ਵੀ ਕਰਨੀ ਪਊਗੀ ਫਿਰ ਡੇਲੀ। ਜੇ ਹਫ਼ਤਾ ਖੰਡ ਕਿਤੇ ਘਰ ਨੂੰ ਜੰਦਰਾ ਮਾਰ ਕੇ ਰਿਸ਼ਤੇਦਾਰੀ ਜਾਂ ਕਿਤੇ ਯਾਤਰਾ 'ਤੇ ਹੀ ਚਲੇ ਜਾਓ, ਆਉਂਦਿਆਂ ਨੂੰ ਘਰ ਉੱਪਰ ਦੀ ਪੈਂਦਾ ਹੈ ਸਿਰ ਦੇ ਵਾਲਾਂ ਨੂੰ ਵੀ ਤੁਸੀਂ ਗਏ ਕਿੱਥੇ ਸੀ। ਮਤਲਬ ਇੰਨੀ ਸਮੈਲ ਆਉਂਦੀ ਹੈ, ਬੰਦਾ ਅੰਦਰ ਵੜ ਨਹੀਂ ਸਕਦਾ। ਬੂਹਾ ਖੋਲ੍ਹ ਕੇ ਅਗਲਾ ਕਹੂਗਾ ਵੀ 10 ਮਿੰਟ ਬਾਹਰ ਖੜ, ਇਹ ਤੈਨੂੰ ਸਜ਼ਾ ਹੈ ਵੀ ਤੂੰ ਮੈਨੂੰ ਬੰਦ ਕਿਉਂ ਰੱਖਿਆ। ਪਹਿਲਾਂ ਬੂਹੇ ਬਾਰੀਆਂ ਖੋਲੋਗੇ, ਅੱਜ ਕੱਲ੍ਹ ਤਾਂ ਉਹ ਹੀ ਗਰਮੀ ਬੜੀ ਹੈ, ਸੜਿਆਣ ਮਾਰਨ ਲੱਗ ਪੈਂਦੇ ਕਮਰੇ, ਇੰਨਾ ਹਮਸ ਹੋ ਜਾਂਦਾ। ਤੋ ਘਰ ਵੀ ਤੁਹਾਨੂੰ ਕਹੂਗਾ ਵੀ ਇੱਥੇ ਰੋਜ਼ ਲੀਰ ਫੇਰੋ, ਕੱਪੜਾ ਫੇਰੋ, ਸ਼ੀਸ਼ੇ ਰੋਜ਼ ਸਾਫ਼ ਕਰਨੇ ਪੈਂਦੇ, ਪੱਥਰ 'ਤੇ ਰੋਜ਼ ਲੀਰ ਫੇਰਨੇ ਪੈਂਦੇ। ਜੇ ਤੁਸੀਂ ਹਫ਼ਤੇ ਮਹੀਨੇ ਦੀ ਸਫਾਈ ਕਹੋਗੇ ਵੀ ਆਪਾਂ ਇਕੱਠੀ ਮੱਸਿਆ ਜਾਂ ਸੰਗਰਾਂਦ ਵਾਲੇ ਦਿਨ ਹੀ ਲਾਮਾ ਲਾ ਦਿਆਂਗੇ, ਜਾਂ ਕਿਸੇ ਮਾਮੇ ਚਾਚੇ ਤਾਏ ਨੇ ਆਉਣਾ ਤੇ ਜਿੱਦਣ ਆਉਣਾ ਆਪਾਂ ਉਸ ਦਿਨ ਹੀ ਸਾਰੀ ਸਫਾਈ ਕਰਾਂਗੇ, ਬਿਲਕੁਲ ਨਹੀਂ। ਡੇਲੀ ਕਰੋਗੇ ਤਾਂ ਉਸ ਵਕਤ ਹੋ ਸਕੇਗੀ, 1 ਮਹੀਨੇ ਬਾਅਦ ਨਹੀਂ ਸਾਰੀ ਸਫਾਈ ਹੋਣੀ। ਇਸ ਵਾਸਤੇ ਤਾਂ ਕੋਲੂ ਦੀ ਲੀਰ ਬਣੀ ਪਈ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹੋ ਖਨਲੀ ਧੋਤੀ, ਉਜਲੀ ਨਾ ਹੋਵਈ ਜੇ ਸੋ ਧੂਮਣ ਪਾਹੋ। ਇਹ ਕੋਲੂ ਦੀ ਲੀਰ ਦੀ ਤਰ੍ਹਾਂ ਉਜਲ ਨਹੀਂ ਹੁੰਦੀ। ਜੇ ਹੋ ਜਾਵੇ ਤਾਂ ਮੁੜ ਕੇ ਫਿਰ ਕੋਲੂ ਸਾਫ਼ ਕਰਨ ਦਾ ਟਾਈਮ ਆ ਜਾਂਦਾ। ਇਹ ਵਿਕਾਰਾਂ ਦਾ ਪਤਾ ਨਹੀਂ ਪਿਛਲੇ ਕਈ ਜਨਮਾਂ ਦਾ ਜੰਗਾਲ ਮਨ ਨੂੰ ਲੱਗਾ ਹੋਇਆ, ਤੇ ਮਹਾਰਾਜ ਕਿਰਪਾ ਕਰਕੇ ਹੌਲੀ ਹੌਲੀ ਲਾ ਦਿੰਦੇ ਨੇ। ਤੈ ਗਰਭ ਜੋਨ ਕਿਹਾ ਵੇ, ਫਿਰ ਮਾਤਾ ਦੇ ਗਰਭ ਪੇਟ ਦੁਆਰਾ ਜੂਨਾਂ 'ਚ ਕਿਵੇਂ ਆਏਗਾ, ਭਾਵ ਨਹੀਂ ਆਵੇਗਾ। ਇਸ ਲਈ ਕਦੀ ਇਹ ਨਹੀਂ ਸੋਚਣਾ ਵੀ ਸੰਤ ਜੀ ਤੁਹਾਡੀ ਪੂਛ ਫੜ ਕੇ ਤਰ ਜਾਵਾਂਗੇ। ਸੰਤ ਨੂੰ ਤਾਂ ਡੰਗਰ ਬਣਾ ਦਿਓ, ਆਪ ਬੰਦੇ ਬਣੇ ਰਹੋ। ਸੰਤਾਂ ਦੀ ਪੂਛ ਫੜ ਕੇ ਨਹੀਂ ਕੋਈ ਤਰਿਆ, ਉਹਨਾਂ ਦੀ ਸਿੱਖਿਆ ਲੈ ਕੇ ਹੀ ਬੰਦਾ ਤਰਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਜੇ ਸਾਹਿਬਜ਼ਾਦਿਆਂ ਨਹੀਂ ਮੰਨਿਆ, ਬਾਬਾ ਲਖਮੀ ਦਾਸ ਜੀ, ਬਾਬਾ ਸ੍ਰੀ ਚੰਦ ਜੀ, ਹਰ ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦੇ ਬਾਬਾ ਦਾਸੂ ਤੇ ਬਾਬਾ ਦਾਤੂ, ਤੀਜੇ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਮੋਹਣ ਤੇ ਬਾਬਾ ਮੋਹਰੀ, ਚੌਥੇ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਦੇ ਬਾਬਾ ਮਹਾਦੇਵ, ਇਹ ਤਾਂ ਵੀ ਸਾਹਿਬਜ਼ਾਦੇ ਸੀਗੇ। ਬਾਬਾ ਪ੍ਰਿਥੀ ਚੰਦ ਜੀ ਦੇ ਬਾਬਾ ਮਹਾਦੇਵ ਜੀ, ਪ੍ਰਿਥਿਆ ਵੀ ਤਾਂ ਮਹਾਰਾਜ ਗੁਰੂ ਰਾਮਦਾਸ ਦਾ ਹੀ ਪੁੱਤਰ ਸੀਗਾ, ਪਰ ਕਿਰਪਾ ਹੋਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ। ਇਹ ਪੁੱਤਾਂ ਦੀ ਵੀ ਕੋਈ ਗੱਲ ਨਹੀਂ ਹੈ, ਸਿੱਖਾਂ ਦੀ ਵੀ ਕੋਈ ਗੱਲ ਨਹੀਂ। ਇਹ ਨਹੀਂ ਵੀ ਪੁੱਤ ਪਿਆਰੇ ਨੇ ਜਾਂ ਸਿੱਖਾਂ ਨੂੰ ਬਖਸ਼ਿਸ਼ ਨਹੀਂ ਕਰਨੀ। ਗੁਰ ਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ। ਗੱਲ ਤਾਂ ਬਚਨ ਮੰਨਣ ਦੀ ਹੈ, ਸਿੱਖੀ ਕਮਾਉਣ ਦੀ ਹੈ। ਜੇ ਆਪਾਂ ਸਹੁੰ ਪਾਈ ਹੋਈ ਹੈ ਵੀ ਆਪਾਂ ਗੱਲ ਮੰਨਣੀ ਕੋਈ ਨਹੀਂ, ਤਾਂ ਫਿਰ ਮਹਾਰਾਜ ਜੀ ਮੋਰਚਾ ਲਾਉਣਗੇ ਕਿਵੇਂ। ਇਹ ਸਾਡਾ ਮੋਰਚਾ ਲੱਗਾ ਹੋਇਆ ਕਾਮ ਕ੍ਰੋਧ ਆਦਿਕਾਂ ਦੇ ਨਾਲ, ਇਹ ਸਾਡੀ ਮਦਦ ਕਰਕੇ ਸਾਡੇ ਗਲੋਂ ਬੁਲਾ ਲਾਉਣਗੇ ਕਿਵੇਂ। ਲਾਉਣਗੇ ਤਾਂ ਹੀ ਜੇ ਆਪਾਂ ਅਰਦਾਸ ਬੇਨਤੀ ਕਰਾਂਗੇ, ਆਪਦਾ ਮਨ ਬਣਾਵਾਂਗੇ, ਗੁਰੂ ਅੱਗੇ ਤਨ ਮਨ ਧਨ ਭੇਟਾ ਕਰਕੇ ਸਾਹਿਬਾਂ ਦਾ ਬਚਨ ਮੰਨਾਂਗੇ, ਉਹ ਫਿਰ ਮਾਤਾ ਦੇ ਗਰਭ ਪੇਟ ਦੁਆਰਾ ਜੂਨਾਂ ਦੇ ਵਿੱਚ ਨਹੀਂ ਆਵੇਗਾ। ਨਟ ਨਾਰਾਇਣ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨਟ ਨਾਰਾਇਣ ਰਾਗ ਦੇ ਵਿੱਚ ਗੁਰ ਸ਼ਬਦ ਉਚਾਰਨ ਕਰ ਰਹੇ ਨੇ। ਦੋ ਪਦੀਆਂ ਵਾਲੀ ਸ਼ਬਦ ਆਉਣਗੇ। ਪਹਿਲਾਂ 4 ਪਦੀਆਂ ਵਾਲਾ ਇੱਕ ਸ਼ਬਦ ਸੰਪੂਰਨ ਹੋਇਆ, ਹੁਣ ਅੱਗੇ 2 ਪਦੀਆਂ ਵਾਲੇ ਸ਼ਬਦ ਆ ਰਹੇ ਹਨ। ਇੱਕ ਓੰਕਾਰ ਮੰਗਲ ਕਰਦੇ ਨੇ। ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਜੋ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਪਰਮੇਸ਼ਰ ਜੀ ਆਕਾਸ਼ ਗੋ ਬਾਣੀ ਦੁਆਰਾ ਸਤਿਗੁਰਾਂ ਨੂੰ ਕਹਿਣ ਲੱਗੇ ਕਿ ਤੁਸੀਂ ਸਾਨੂੰ ਪਿਛਲੇ ਸ਼ਬਦ ਦੀ
ਕਮਣ ਜੋ ਕਮਣ ਗਿਆਨ ਧਿਆਨਾਂ ਵਾਲੀ ਤੁਕ ਅੰਦਰੋਂ ਲਾਂਭਾ ਦਿੱਤਾ ਹੈ। ਇਹ ਸੁਣ ਕੇ ਸਤਿਗੁਰੂ ਸਾਹਿਬ ਨੇ ਅਗਲਾ ਸ਼ਬਦ ਉਚਾਰਿਆ, ਉਲਾਹਨੋ ਮੈਂ ਕਾਹੂ ਨਾ ਦਿਓ। ਇਹ ਪਰਮੇਸ਼ਰ ਮੈਂ ਕਿਉਂ ਭਲਾ ਲਾਂਭਾ ਦਿਆਂਗਾ, ਤੈਨੂੰ ਕਾਹਦਾ ਲਾਂਭਾ ਹੈ? ਵੱਡਿਆਂ ਨੂੰ ਲਾਂਭਾ ਥੋੜੀ ਹੁੰਦਾ, ਛੋਟਿਆਂ ਦੀ ਗਲਤੀ ਹੁੰਦੀ ਹੈ, ਵੱਡੇ ਨਹੀਂ ਕਦੀ ਗਲਤੀ ਕਰਦੇ। ਜੇ ਕਰਨ ਵੀ ਤੇ ਤਾਂ ਵੀ ਨਹੀਂ ਉਹਨਾਂ ਦੀ ਗਲਤੀ ਮੰਨੀ ਜਾਂਦੀ। ਛੋਟਿਆਂ ਨੂੰ ਹੱਥ ਜੋੜਨੇ ਪੈਂਦੇ ਵੀ ਸਾਥੋਂ ਗਲਤੀ ਹੋਈ, ਤੇ ਗਲਤੀ ਮੰਨਣੀ ਹੀ ਨਿਮਰਤਾ ਹੈ। ਇਸ ਲਈ ਵੱਡਿਆਂ ਨੂੰ ਉਹਨਾਂ ਦੀ ਗਲਤੀ ਮਨਾ ਕੇ ਬੇਇੱਜ਼ਤ ਕਰਨਾ ਵੀ ਕੋਈ ਸਿਆਣਪ ਵਾਲੀ ਗੱਲ ਨਹੀਂ, ਮੂਰਖਤਾ ਹੀ ਹੈ। ਠੀਕ ਹੈ, ਭੁੱਲ ਭੁਲੇਖੇ ਕੋਈ ਮਾੜਾ ਮੋਟਾ ਸੱਜੇ ਖੱਬੇ ਹੋ ਗਿਆ, ਤੇ ਪਰ ਵੱਡੇ ਤਾਂ ਵੱਡੇ ਹੀ ਨੇ। ਤੂੰ ਮਹਾਰਾਜ ਵੱਡਾ, ਮੈਂ ਤੈਨੂੰ ਕਿਉਂ ਲਾਂਭਾ ਦੇਵਾਂਗਾ? ਗਲਤੀਆਂ ਮੇਰੇ 'ਚ ਨੇ, ਮੈਂ ਉਹ ਲਾਂਭਾ ਨਹੀਂ ਕਿਸੇ ਨੂੰ ਵੀ ਦਿੰਦਾ ਹਾਂ। ਤੈਨੂੰ ਮੈਂ ਕਿਉਂ ਦਿਆਂਗਾ? ਤੈਨੂੰ ਲਾਂਭਾ ਨਹੀਂ ਦਿੱਤਾ। ਜਿਸ ਤਰ੍ਹਾਂ ਫਰੀਦ ਨੇ ਇਹੀ ਆਖਿਆ, ਦੇਖ ਬੰਦੇ ਕੇ ਭਾਗ ਅਜੈ ਸੋ ਰੱਬ ਨਾ ਬਹੁੜਿਓ, ਦੇਖ ਬੰਦੇ ਕੇ ਭਾਗ। ਬੰਦੇ ਦੇ ਭਾਗਾਂ ਨੂੰ ਕੋਸਿਆ, ਆਪਦੇ ਕਰਮਾਂ ਨੂੰ ਕੋਸਿਆ, ਰੱਬ ਨੂੰ ਮਾੜਾ ਨਹੀਂ ਆਖਿਆ। ਜੇ ਭਗਤੀ ਕਰਾਈ ਹੈ ਜ਼ਿੰਦਗੀ ਭਰ ਤੇ ਤੇਰਾ ਕਸੂਰ ਨਹੀਂ ਹੈ, ਕਸੂਰ ਮੇਰਾ ਹੀ ਕਿਤੇ ਹੋ ਗਿਆ। ਪੂਰੇ ਦਾ ਪੂਰਾ ਜਹਾਜ਼ ਡੁੱਬ ਗਿਆ ਸੀ ਪਾਣੀ 'ਚ, ਤੇ ਫਰੀਦ ਨੇ ਅਰਦਾਸ ਕੀਤੀ ਵੀ ਇਹਨਾਂ ਨੂੰ ਜਿਉਂਦਾ ਕਰ ਦੇ। ਤੇ ਮਾਰੇ ਕਹਿੰਦੇ, ਪੁੱਤ ਤੂੰ ਵੇਖ ਲਾ, ਤੂੰ ਬੈਠਾ ਕਿਹੜੇ ਕੰਮ ਨੂੰ ਆ? ਤੂੰ ਆਪਦਾ ਕੰਮ ਕਰੀ ਜਾ, ਤੂੰ ਮੇਰੇ ਕੰਮ 'ਚ ਕਿਉਂ ਦਖਲ ਦੇ ਰਿਹਾ? ਜਹਾਜ਼ ਮੈਂ ਡੋਬਿਆ, ਬੰਦੇ ਮੈਂ ਮਾਰੇ, ਤੂੰ ਮੈਨੂੰ ਮਿਲਣ ਬੈਠਾ, ਤੂੰ ਆਪਦਾ ਕੰਮ ਕਰੀ ਜਾ, ਨਾਮ ਜਪੀ ਜਾ। ਮੈਂ ਕਿਉਂ ਇਹਨਾਂ ਨੂੰ ਜਿਉਂਦਾ ਕਰੂੰਗਾ? ਇਹਨਾਂ ਦੇ ਕਰਮ ਸੀ ਡੁੱਬ ਕੇ ਮਰਨ ਦੇ, ਕਰਮ ਭੁਗਤਾਏ ਨੇ। ਕਰਮਾਂ 'ਚ ਲਿਖਿਆ ਹੋਇਆ ਸੀਗਾ ਵੀ ਤੂੰ ਚੁੱਪ ਕਰਕੇ ਬਾਬਾ ਜੀ ਆਪਦਾ ਭਗਤੀ ਕਰ। ਕਹਿੰਦਾ ਨਹੀਂ ਮਹਾਰਾਜ, ਇਹ ਰੋ ਰਹੇ ਨੇ ਵਿਚਾਰੇ ਤੇ ਮੈਨੂੰ ਚੰਗਾ ਨਹੀਂ ਲੱਗ ਰਿਹਾ। ਮਾਰੇ ਕਹਿੰਦੇ ਵੀ ਕੋਈ ਨਹੀਂ, ਦੁਨੀਆ ਦਾ ਕੰਮ ਹੀ ਰੋਣਾ, ਨਿਆਣੇ ਦਾ ਕੰਮ ਕੀ ਆ? ਮਿੰਟ ਦੀ ਮਿੰਟ ਰੋ ਕੇ ਫਿਰ ਚੁੱਪ ਕਰ ਜਾਣਗੇ। ਇਹਨਾਂ ਦੇ ਮਗਰ ਥੋੜ੍ਹਾ ਲੱਗੀਦਾ, ਇਹਨਾਂ ਨੂੰ ਕੀ ਪਤਾ। ਇੱਕ ਰਿਸ਼ਤੇਦਾਰ ਕਿਸੇ ਦਾ ਚੜ੍ਹਾਈ ਕੀਤਾ, ਉਹਨੇ ਬਾਬਾ ਜੀ ਦੇ ਚਰਨਾਂ 'ਚ ਲਿਆ ਕੇ ਮੱਥਾ ਟੇਕਿਆ, ਤੋਂ ਬਾਬਾ ਜੀ ਨੇ ਜਿਉਂਦਾ ਕਰ ਦਿੱਤਾ। ਉਹ ਮੁੜ ਕੇ ਸਾਰੀਆਂ ਲਾਸ਼ਾਂ ਕੱਢ ਕੇ ਬਾਬਿਆਂ ਦੇ ਅੱਗੇ ਢੇਰ ਲਾਤਾ। ਕਹਿੰਦੇ ਬਾਬਾ ਜੀ ਜਿਉਂਦਾ ਕਰੋ। ਬਾਬਾ ਜੀ ਨੇ ਮਹਾਰਾਜ ਨੂੰ ਆਖਿਆ, ਮਹਾਰਾਜ ਕਹਿੰਦੇ ਵੀ ਤੂੰ ਰਹਿਣ ਦੇ ਰੱਬ ਨੂੰ, ਤੂੰ ਨਾ ਅਰਦਾਸ ਕਰ, ਮੇਰੀ ਬੇਨਤੀ ਹੈ ਵੀ ਤੂੰ ਵਾਹਿਗੁਰੂ ਦਾ ਨਾਮ ਜਪੀ ਜਾ। ਕਹਿੰਦਾ ਨਹੀਂ ਮਹਾਰਾਜ, ਜਿਹੜੀ ਜ਼ੋਰ ਨਾਲ ਗੱਲ ਬਣਾਈ ਹੈ। ਤਾਂ ਸਾਧ ਸੰਗਤ ਜੀ, ਉਹ ਬ੍ਰਹਮ ਗਿਆਨੀ ਦੀ ਜਿਹੜੀ ਅਰਦਾਸ ਹੈ ਉਹ ਫਜ਼ੂਲ ਨਹੀਂ ਜਾਂਦੀ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਅਰਦਾਸ ਤਾਂ ਬ੍ਰਹਮ ਗਿਆਨੀ ਨੇ ਕੀ ਕਰਨੀ ਹੈ? ਬ੍ਰਹਮ ਗਿਆਨੀ ਇਸੇ ਲਈ ਚੁੱਪ ਹੀ ਰਹਿੰਦਾ, ਉਹ ਤਾਂ ਬੋਲਦਾ ਵੀ ਨਹੀਂ ਵੀ ਕਿਤੇ ਵਾਧੂ ਬੋਲਿਆ ਵੀ ਨਾ ਜਾਏ, ਕਿਤੇ ਮਹਾਰਾਜ ਨਾਰਾਜ਼ ਨਾ ਹੋ ਜਾਏ। ਤੋ ਗੁਰੂ ਤੇਗ ਬਹਾਦਰ ਜੀ ਨੇ ਵੇਖੋ ਕਰਾਮਾਤਾਂ ਕੀ ਦਿਖਾਉਣੀ ਸੀਗੀ। ਨਾਟਕ ਚੇੜ ਕੀਏ ਕੁਕਾਜਾ, ਪ੍ਰਭ ਲੋਗਣ ਕੇ ਆਵਤ ਲਾਜਾ। ਕਹਿੰਦੇ ਕਰਾਮਾਤ ਕਹਿਰ ਦਾ ਨਾਮ ਹੈ, ਲੱਜਿਆ ਸ਼ਰਮ ਆਉਂਦੀ ਹੈ। ਮਹਾਰਾਜ ਜੀ ਨੇ ਕਦੀ ਜ਼ਿੰਦਗੀ ਪਰ ਬੋਲਿਆ ਨਹੀਂ। ਜੇ ਹਿੰਦੂਆਂ ਦੀ ਸਿਫਾਰਿਸ਼ ਪਾਈ, ਰੱਬ ਦੇ ਘਰ ਵੀ ਕਾਗਜ਼ ਲਾਏ ਸੀਗੇ, ਇਹ ਨਹੀਂ ਵੀ ਔਰੰਗਜ਼ੇਬ ਨੂੰ ਹੀ ਆਖਿਆ ਸੀਗਾ। ਰੱਬ ਦੇ ਘਰ ਕਾਗਜ਼ ਪਹਿਲਾਂ ਲਾਏ ਸੀ ਵੀ ਇਹ ਧਰਮ ਬਚਾਉਣਾ ਮਹਾਰਾਜ ਸਾਡਾ ਫਰਜ਼ ਹੈ। ਅਸੀਂ ਅਰਦਾਸ ਕਰਦੇ ਹਾਂ ਵੀ ਹਿੰਦੂ ਧਰਮ ਬਚੇ, ਤੇ ਗੁਰੂ ਸਾਹਿਬ ਨੂੰ ਫਿਰ ਸੀਸ ਦੇਣਾ ਪਿਆ। ਆਪਦੀ ਜ਼ਿੰਦਗੀ ਭੇਟਾ ਕਰਨੀ ਪਈ ਹਿੰਦੂਆਂ ਨੂੰ ਬਚਾਉਣ ਲਈ। ਐਵੇਂ ਨਹੀਂ ਵੀ ਸੁੱਕਾ ਪੁੱਕਾ ਹੀ ਅਰਦਾਸ ਕਰਦੇ ਹੋ ਤੇ ਆਪ ਘਰ ਜਾ ਕੇ ਸੌਂ ਜਾਓ, ਕੁਛ ਆਪਦੇ ਕੋਲੋਂ ਦੇਣਾ ਪੈਂਦਾ। ਤੋ ਜੇ ਨਹੀਂ ਦੇਣਾ ਫਿਰ ਇੱਥੇ ਚੌਂਕੜਾ ਮਾਰੋ, ਮਾਲਾ ਫੜ ਲਓ। ਭਗਤੀ ਤਾਂ ਆਪਦੀ ਨਹੀਂ ਹੁੰਦੀ ਤੇ ਦੂਜਿਆਂ ਦੀ ਬੰਦਾ ਕਿਵੇਂ ਕਰ ਸਕਦਾ? ਇੱਕ ਬ੍ਰਹਮ ਗਿਆਨੀ ਦਾ ਆਰਡਰ ਮੰਨਿਆ ਜਾਂਦਾ, ਇੱਕ ਪੰਜਾਂ ਪਿਆਰਿਆਂ ਦਾ ਆਰਡਰ ਹੁਕਮ ਮੰਨਿਆ ਜਾਂਦਾ। ਮੇਰੇ ਵਰਗੇ ਤਾਂ ਜੋ ਮਰਜ਼ੀ ਬੋਲੀ ਜਾਣ, ਮਹਾਰਾਜ ਦੀ ਸਿਹਤ 'ਤੇ ਨਹੀਂ ਕੋਈ ਅਸਰ ਹੁੰਦਾ। ਸੁਣਦਾ ਸਹੀ ਹੈ ਪਰ ਉਹ ਆਸੇ ਪਾਸੇ ਲੰਘਾ ਦਿੰਦਾ ਹੈ। ਤੇ ਹਾਂ, ਜੇ ਕਿਸੇ ਦੀ ਸ਼ਰਧਾ ਪਿਆਰ ਹੋਵੇ ਉਹ ਗੱਲ ਵੱਖਰੀ ਹੈ। ਇਹ ਨਹੀਂ ਸੋਚਣਾ ਚਾਹੀਦਾ ਵੀ ਮਹਾਰਾਜ ਅਰਦਾਸ ਨਹੀਂ ਸੁਣਦਾ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ। ਤੋ ਗੁਰਦੁਆਰੇ ਦੀ ਇਹ ਮਰਜ਼ਾਦਾ ਹੈ, ਗ੍ਰੰਥੀ ਸਿੰਘ ਦੀ ਡਿਊਟੀ ਹੈ। ਗੁਰੂ ਸਾਹਿਬ ਨੂੰ ਪਤਾ ਵੀ ਇਹਦੀ ਡਿਊਟੀ ਹੈ, ਐਜ਼ ਏ ਡਿਊਟੀ ਅਰਦਾਸ ਕਰਨਾ ਪਿਆਰ ਸ਼ਰਧਾ ਦੇ ਨਾਲ, ਭਾਵੇਂ ਦੁਸ਼ਮਣ ਵੀ ਆ ਜਾਏ ਤੇ ਸਾਰਿਆਂ ਦੀ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ।
कोई अकाली आ गया, कोई कांग्रेसी आ गया, सारिਆਂ ਨੂੰ ਜਿਤਾਓ जी वोटां दे विच जय जयकार। सानू की किसी ना ना को बैरी नहीं बगाना, सगल संग हमको बन आई। सारे जितन, सारे प्रधान बन, सबना दी दुश्मनां दी भी अरदास भले दी कीती जांदी। ये मर्यादा है। गुरु साहब ने किहदी मननी है नहीं मननी है महाराज नूं पता है। तो इस वास्ते अरदास की मर्यादा है। जिहड़ा पंजां प्यारियां दी अरदास है ये एक हुक्म हो जाता है। तो इसलिए थोड़ा जिहा सोचण की लोड़ है, समझण की लोड़ है। बाबे फरीद ने वाहिगुरू जी नूं बेनती की तो महाराज ने जवाब दे दिता। तो जब बाबा जी ने फिर जोर पा के बेनती की तो महाराज ने आख्या भी इं फिर तेरी गल आपां मोड़ तो नहीं सकते, ते पर इंज बेनती है भी तेनों फिर भगती करनी पएगी, जां तां जान बदले जान दिओ। जिस तरह बाबे अटल ने, बाबे अटल राय ने मोहन मुंडे की जान बचाउण लई, जिउंदा करन लई आप दी जान भेटा कर दी। भाई गुरदित्ता जी ने, बाबा गुरदित्ता साहब जी जिहड़े गुरु हरगोबिंद साहब जी के साहिबजादे सन वड्डे, उन्होंने एक मरी गां जिउंदी कीती ते गुरु साहब के बचन नाल उन्होंने आप दा शरीर देना पिया। इस तरह एक ब्राह्मण का मुंडा मर गया ते जिहड़े भाई गौरा जी सन, भाई भगतू जी के सपुत्र, ये वड्डे सीगे, छोटे सी भाई जीवन जी, उन्होंने आप दा शरीर भेटा करना पिया। गुरु हराय साहब जी के वेले जांदा जान बदले जान दिओ, फिर तो अरदास करन दा स्वाद, ते नहीं तो फिर बंदगी करो। बाबा तेनों बंदगी करनी पऊगी, मेरे मिलन में विघन पै गया, फिर तू लेट हो जाएगा, फिर मैनू लामा ना दें। नहीं महाराज मैं कोई लामा दूँगा, मैं बंदगी कर दूँगा, पर इन्हां जियां दा मैं दुख नहीं वेख सकता। तो बाबा जी ने पूरे का पूरा जहाज जिउंदा कर दिता सीगा। क्यों साध संगत जी, वो संतां च समर्था तो होंदी है, पर वो लगती वा बोलते नहीं हैं। क्यों नहीं बोलते? ऐसे दुखों ही भी महाराज किते गुस्सा ना करे। तो गुरु अर्जन साहब जी, वो तू मैनू लांभा तो नहीं दिता? नहीं महाराज मैं को लांभा दूँगा, मैं तो किसी को भी लांभा नहीं दिंदा, मैं तेनों क्यों उलाहना उलांभा दियांगा। मन मीठा तहां रखियो, मैं तो जो तेनों भाउंदा सी उही कथन कीता है। ये महाराज मैं आपदे मन च सब रसां तो मिठा तेरा नाम ही मनना कीता। तेरा भाना तेरा किया मीठा लागै, हर नाम पदार्थ नानक मंगै। सरबत दे भले लई तत्ती तवी ते महाराज आपां तां एक दिन सोचदे हां शायद 5 दिन ही बहिंदे रहे सी। चंदू बड़ा भैड़ा सीगा, 5 दिन ही महाराज नूं बिठाउंदा रहा सी। ਜਾਂ ਇਤਿਹਾਸ ਵਿੱਚ ਆਉਂਦਾ भी एक दिन रेत ਦੇ ਖਿਲਾਰਿਆ, दूजे दिन तत्ती तवी ਤੇ ਬਿਠਾ ਲਿਆ, ਤੀਜੇ दिन ਬਿਠਾਲ ਕੇ ਸੀਸ 'ਚ ਤੱਤੀ ਰੇਤਾ ਪਾਈ। ਇਉਂ बड़ा उन्हें दुख दिते सी। 5-6 दिन गुरु साहब नूं एक पानी का घुट नहीं महाराज ने मूँह नूं लाया सी। तो मैं तो भाणा ही मनदा, सच्चे पातशाह तेरा नाम तेरा भाणा मिठा करके मनदा है। तेरे नाम अमृतों बगैर क्योंकि तेरी प्राप्ति हुंदी नहीं है। विश्राम दे के फरमाउंदे ने, आज्ञा मान जान सुख पाया। ये परमेश्वर मैं गुरां द्वारा भगती सिफत करन दी आज्ञा मन के ते इस नूं कल्याण करता जान के तेरे स्वरूप की प्राप्ति दे सुख आनंद नूं पाया है। सुन सुन नाम तहारो जियो, हर तेरे नाम नूं श्रद्धा ते विश्वास रूप कन्ना द्वारा सुन सुन के आत्मक जीवन वाल जीवना कीता है। सुन सो नाम तुम्हारा प्रीतम प्रभ वेखण का चाओ। महाराज दे नाम नूं सुन के हुण मैं किसी बारे सुनांगा तां ही मैं उन्होंने मिलण दा चाह करांगा। जे रब दा सुनिया नहीं नाम तां फिर मिलण दा चाह किवें होवेगा। तेरा नाम सुन के मन च आया है जी। इहा ऊहा हर तुम ही। हे हरि परमेश्वर इस लोक विच भी तू ही है, पर लोक विच भी तू ही है, ते इथे उथे तू ही है। इहा ऊहा रखवाला प्रभ सतगुर दीन दयाला। इहा ऊहा तुम रखे,
ਮਹਾਰਾਜ ਸੱਚੇ ਪਾਤਸ਼ਾਹ ਪ੍ਰਭ ਕਿਰਪਾ ਤੇ ਕੋ ਲਖੇ। ਏਹੋ ਗੁਰ ਤੇ ਮੰਤਰ ਦ੍ਰਿੜਿਓ, ਸਾਰੇ ਗੁਰੂ ਤੋਂ ਉਪਦੇਸ਼ ਹਿਰਦੇ ਵਿੱਚ ਦ੍ਰਿੜ ਕੀਤਾ, ਭਾਵ ਪਰਪੱਕਤਾ ਕਰਕੇ ਵਸਾਇਆ ਹੈ। ਜਬ ਤੇ ਜਾਣ ਪਾਈ ਇਹ ਬਾਤਾ, ਜਦੋਂ ਤੋਂ ਗੁਰ ਉਪਦੇਸ਼ ਦੁਆਰਾ ਇਹ ਗੱਲ ਜਾਣਨਾ ਪਾਈ ਹੈ। ਤਬ ਕੁਸ਼ਲ ਖੇਮ ਸਭ ਥੀਓ, ਕਦੋਂ ਤੋਂ ਸਭ ਤਰ੍ਹਾਂ ਕਰਕੇ ਆਨੰਦ ਅਤੇ ਰੱਖਿਆ ਪ੍ਰਾਪਤ ਹੋਈ ਹੈ। ਕੁਸ਼ਲ ਦਾ ਅਰਥ ਵੀ ਆਨੰਦ ਹੈ ਤੇ ਖੇਮ ਦਾ ਅਰਥ ਵੀ ਸੁਖ ਹੈ। ਸੰਪਰਦਾਈ ਅਰਥ ਇੰਜ ਕੀਤੇ ਜਾਂਦੇ, ਕੁਸ਼ਲ ਖੇਮ ਅਪ੍ਰਾਪਤੀ ਦੀ ਪ੍ਰਾਪਤੀ। ਕੁਸ਼ਲ ਦਾ ਅਰਥ ਹੈ ਅਪ੍ਰਾਪਤੀ ਦੀ ਪ੍ਰਾਪਤੀ, ਦੇ ਖੇਮ ਦਾ ਅਰਥ ਹੈ ਪ੍ਰਾਪਤੀ ਦੀ ਰੱਖਿਆ। ਜੋ ਬ੍ਰਹਮ ਦੇ ਗਿਆਨ ਦੀ ਅਪ੍ਰਾਪਤੀ ਹੈ ਉਹਦੀ ਪ੍ਰਾਪਤੀ ਹੋਈ ਹੈ, ਔਰ ਜੋ ਆਨੰਦ ਪ੍ਰਾਪਤ ਹੋਇਆ ਉਹਦੀ ਰੱਖਿਆ। ਇਉਂ ਸਭ ਤਰ੍ਹਾਂ ਕਰਕੇ ਸੁਖ ਆਨੰਦ ਪ੍ਰਾਪਤ ਹੋ ਗਿਆ ਹੈ। ਸਾਧ ਸੰਗ ਨਾਨਕ ਪਰਗਾਸਿਓ, ਸਤਿਗੁਰੂ ਮਹਾਰਾਜ ਜੀ ਕਥਨ ਕਰਦੇ, ਹੇ ਪਰਮੇਸ਼ਰ ਤੇਰੀ ਪ੍ਰਾਪਤੀ ਵਾਲੀ ਸਾਧੂਆਂ ਦੀ ਸੰਗਤ ਨਾਲ ਮਿਲ ਕੇ ਤੇਰੇ ਸਰੂਪ ਦਾ ਪ੍ਰਕਾਸ਼ ਹੋਇਆ ਹੈ। ਆਨ ਨਹੀਂ ਰੇ ਬੀਓ, ਹੇ ਪਰਮੇਸ਼ਰ ਹੁਣ ਤੇਰੇ ਤੋਂ ਬਗੈਰ ਹੋਰ ਕੋਈ ਦੂਜਾ ਦ੍ਰਿਸ਼ਟੀ ਵਿੱਚ ਆਉਂਦਾ ਹੀ ਨਹੀਂ ਹੈ। ਸੋ ਲੱਲਾ ਤਾਕੈ ਲਵੇ ਨਾ ਕੋ, ਇੱਕ ਹੈ ਆਪ ਅਵਰ ਨ ਹੋ। ਕੋਈ ਦੂਜਾ ਹੋਏ ਸੋ ਅਵਰੋ ਕਹੀਏ, ਕੋਈ ਦੂਜਾ ਹੋਵੇ ਤਾਂ ਕਿਸੇ ਹੋਰ ਨੂੰ ਆਖੀਏ। ਇੰਜ ਇਹ ਗੁਰੂ ਸਾਹਿਬ ਨੇ ਕਿਰਪਾ ਕਰਕੇ ਵਾਹਿਗੁਰੂ ਅਕਾਲ ਪੁਰਖ ਦੇ ਸਨਮੁਖ ਸ਼ਬਦ ਉਚਾਰਿਆ ਹੈ। ਜੋ ਆਪਨੇ ਸਰਵਣ ਕੀਤਾ ਭੁੱਲਾਂ ਚੁੱਕਾਂ ਮਾਫ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਜਬ ਤੇ ਜਾਨ ਪਾਈ ਇਹ ਬਾਤਾ, ਤਬ ਕੁਸ਼ਲ ਖੇਮ ਸਭ ਥੀਓ। ਸਾਧ ਸੰਗ ਨਾਨਕ ਪਰਗਾਸਿਓ, ਆਨ ਨਹੀਂ ਰੇ ਬੀਓ। ਵਾਹਿਗੁਰੂ ਜੀ ਕਾ ਖਾਲਸਾ।